डंडौत बंदन अनेक बार, सर्ब कला समरथ डोलण ते राखो प्रभु, नानक दे कर हथ। जेता जियो पिंड सब तेरा, तो अंतर जामी पुरख भगवान। दासन दास कहे जन नानक, जेहा तू कराए तेहा हऊँ करी वखियान। सतनाम वाहिगुरु साहिब जी, संग सखा सब तज गए, को ना निभ्यो साथ। कहो नानक ए विपत में, एक एक रघुनाथ। नाम रहियो साधु रहियो, रहियो गुर गोबिंद। कहो नानक ए जगत में, किन जपियो गुरमंत्र। राम नाम उर में गयो, जाके सम नहीं कोई। जेह सिमरत संकट मिटै, दर्श तुहारो होए। राम नाम उर में गयो, जाके सम नहीं कोई। जेह सिमरत संकट मिटै, दर्श तुहारो होए। वाहिगुरु जी का खालसा, वाहिगुरु जी की फतेह। परम सन्मान योग जुग हो जुग अटल सतगुरु, तन तन गुरु ग्रंथ साहिब महाराज जी दी पावन पवित्र हजूरी अंदर सुबाईमान होई बैठी गुरु सवारी सत संगी जनों वडभागी को, सतगुरां दी अपार बख्शिश रहमत होई। अमृत वेले दी संभाल करते हुए, अमृत वेले दे दीवाना अंदर जुड़ बैठ, नितनेम बाणी दा जाप सिमरन कीता है। सतगुरु बख्शिश रहमत करना, जिथे शरीरक तौर ते जुड़ बैठे हाँ, उथे मन की हाजरी भी इस पावन दरबार दे अंदर लगी रहे। साहिब सतगुरु गुरु तेग बहादुर साहिब जी
ਤਿਨਾਂ ਦੇ 400 ਸਾਲਾ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਆਪਾਂ ਯਤਨ ਕਰ ਰਹੇ ਹਾਂ। ਸੇ ਬਖਸ਼ਿਸ਼ ਰਹਿਮਤ ਕਰਨ ਸਤਿਗੁਰੂ ਦੇ ਇਹ ਪਾਵਨ ਬੋਲ ਸਾਡੇ ਜੀਵਨ ਦਾ ਆਧਾਰ ਬਣ ਜਾਣ। ਇਹਨਾਂ ਬਚਨਾਂ ਦੇ ਮੁਤਾਬਕ ਜਦੋਂ ਅਸੀਂ ਚੱਲਾਂਗੇ ਤੇ ਸੰਸਾਰ ਦੇ ਅੰਦਰ ਚੱਲਣ ਦਾ, ਰਹਿਣ ਦਾ, ਜੀਣ ਦਾ ਢੰਗ ਹੀ ਵੱਖਰਾ ਹੋ ਜਾਏਗਾ। ਕੱਲ ਆਪਾਂ ਸਾਹਿਬ ਜੀ ਦੇ ਬਚਨ ਸਰਵਣ ਕਰ ਰਹੇ ਸਾਂ। ਸਤਿਗੁਰੂ ਜ਼ਿਕਰ ਕਰ ਰਹੇ ਸਨ, ਐ ਇਨਸਾਨ ਸਰੀਰਕ ਤੌਰ ਤੇ ਕਿਤੇ ਆਪਣਾ ਬਲ ਤਾਕਤ ਹਾਰ ਕੇ ਨਾ ਬੈਠ ਜਾਈ, ਨਹੀਂ ਤਾਂ ਤੈਨੂੰ ਕੋਈ ਨਾ ਕੋਈ ਦਬਾ ਲਏਗਾ। ਬਚਨ ਆਪਾਂ ਸਰਵਣ ਕਰ ਰਹੇ ਸਾਂ ਕਿਵੇਂ ਇਸ ਭਾਰਤ ਦੇ ਹਾਲਾਤ ਸਤਿਗੁਰੂ ਦੇ ਆਉਣ ਤੋਂ ਪਹਿਲਾਂ ਹੋ ਗਏ। ਇਹਨਾਂ ਭਾਰਤੀਆਂ ਦੇ ਕੋਲ ਦਮ ਨਹੀਂ ਸੀ ਕਿ ਆਉਣ ਵਾਲੇ ਉਹਨਾਂ ਹਮਲਾਵਰਾਂ ਦਾ ਇਹ ਸਾਹਮਣਾ ਕਰ ਸਕਣ। 5 ਜਾਮਿਆਂ ਤੱਕ ਸਤਿਗੁਰੂ ਜਗ੍ਹਾ ਜਗ੍ਹਾ ਵਿਚਰ ਕੇ ਪਿਆਰ ਦਾ ਸਬਕ ਪੜਾਉਂਦੇ ਰਹੇ। ਜਦੋਂ ਦੇਖਿਆ ਇਹ ਜ਼ਾਲਮ ਅਜੇ ਵੀ ਬਾਜ਼ ਨਹੀਂ ਆਉਂਦੇ, ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹੱਥਾਂ ਅੰਦਰ ਤਲਵਾਰ ਦਿੱਤੀ ਤੇ ਇਹਨਾਂ ਜ਼ਾਲਮਾਂ ਦਾ ਮੂੰਹ ਮੋੜਿਆ। ਜਦੋਂ ਭਾਰਤੀਆਂ ਦੇ ਕੋਲ ਬਲ ਆ ਗਿਆ, ਭਾਰਤੀਆਂ ਦੇ ਕੋਲ ਇਹ ਤਾਕਤ ਆ ਗਈ, ਫਿਰ ਇਸ ਪਾਸੇ ਵੱਲ ਕੋਈ ਵੀ ਹਮਲਾਵਰ ਨਾ ਚੜ ਸਕਿਆ। ਇਹਨਾਂ ਬਚਨਾਂ ਨੂੰ ਕੱਲ ਆਪਾਂ ਵਿਸਥਾਰ ਸਹਿਤ ਸਰਵਣ ਕਰ ਰਹੇ ਸਾਂ। ਅੱਜ ਸਤਿਗੁਰੂ ਜੀ ਇਹਨਾਂ ਸ਼ਲੋਕਾਂ ਅੰਦਰ ਕੀ ਬਖਸ਼ਿਸ਼ ਰਹਿਮਤ ਵਰਤਾ ਰਹੇ ਨੇ। ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਪਵਿੱਤਰ ਕਰਦੇ ਹੋਏ ਅਸੀਸ ਬਖਸ਼ੋ ਜੀ। ਸਤਨਾਮ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਲੜੀ ਦੇ ਅੰਦਰ ਲਾਸਟ ਜਿਹੜੇ 3 ਸ਼ਲੋਕ ਹਨ, ਪਾਠ ਰੂਪ ਅੰਦਰ ਆਪਾਂ ਸਰਵਣ ਕੀਤੇ ਨੇ। ਇਹਨਾਂ ਦੀ ਆਰੰਭਤਾ ਕਰਦਿਆਂ ਸਾਹਿਬ ਇਹ ਬੋਲ ਸਾਂਝੇ ਕਰ ਰਹੇ ਨੇ। ਕਹਿਣ ਲੱਗੇ, ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਉ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸਹਿਮ ਕਹਿਣ ਲੱਗੇ, ਐ ਇਨਸਾਨ ਸਰੀਰਕ ਤੌਰ ਤੇ ਜਦੋਂ ਮੈਂ ਦੇਖਦਾ ਹਾਂ ਤੂੰ ਦੁਨੀਆ ਦੇ ਅੰਦਰ ਬੜੇ ਸਹਾਰੇ ਬਣਾ ਲਏ। ਪਿੱਛੇ ਵੀ 32 ਨੰਬਰ ਸ਼ਲੋਕ ਕੁਝ ਇਸ ਤਰ੍ਹਾਂ ਦੀਆਂ ਵਿਚਾਰਾਂ ਹੀ ਆਈਆਂ ਸਨ। ਸਾਹਿਬ ਨੇ ਦੁਨੀਆ ਅੰਦਰ ਵਿਚਰਦਿਆਂ ਹੋਇਆਂ ਸਾਨੂੰ ਕਿਤੇ ਨਹੀਂ ਰੋਕਿਆ ਕਿ ਤੁਹਾਡੀ ਕਿਸੇ ਦੇ ਨਾਲ ਸਾਂਝ ਨਹੀਂ ਹੋਣੀ ਚਾਹੀਦੀ। ਸਾਹਿਬ ਕਹਿਣ ਲੱਗੇ, ਖਾਰਿਕ ਦੇ ਨਾਲ ਬੋਲਚਾਲ ਹੋਵੇ। ਸਾਹਿਬ ਦਾ ਘਰ ਤਾਂ ਕਹਿੰਦਾ ਹੈ ਕਿ ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਹਾਂ, ਕਰਮਾਂ ਕਰਕੇ ਕੋਈ ਹੋ ਸਕਦਾ ਹੈ ਉੱਚਾ ਨੀਵਾਂ ਹੋ ਜਾਏ, ਪਰ ਜਦੋਂ ਜੀਵ ਰੱਬ ਦੇ ਘਰ ਵਿੱਚੋਂ ਆਉਂਦਾ ਹੈ ਉਸ ਵਕਤ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਤਿਗੁਰੂ ਦਾ ਘਰ ਕਿਸੇ ਨੂੰ ਉੱਚਾ ਨੀਵਾਂ ਨਹੀਂ ਕਹਿੰਦਾ। ਸਾਹਿਬ ਕਹਿੰਦੇ, ਦੁਨੀਆ ਅੰਦਰ ਵਿਚਰਦਿਆਂ ਖਾਰਿਕ ਦੇ ਨਾਲ ਸਾਂਝ ਰੱਖ। ਸਮਾਜ ਦੇ ਅੰਦਰ ਤੇਰਾ ਵੱਧ ਤੋਂ ਵੱਧ ਬੋਲ ਚਾਲ ਹੋਵੇ, ਤੇਰੀ ਸਾਂਝ ਦੁਨੀਆ ਦੇ ਲੋਕਾਂ ਨਾਲ ਵੱਧ ਤੋਂ ਵੱਧ ਹੋਵੇ। ਮੈਂ ਨਹੀਂ ਰੋਕਦਾ, ਤੇਰਾ ਪਰਿਵਾਰ ਦੇ ਅੰਦਰ, ਤੇਰਾ ਸਮਾਜ ਦੇ ਅੰਦਰ ਬੜਾ ਇੱਜ਼ਤਮਾਨ ਹੋਵੇ, ਵੱਧ ਤੋਂ ਵੱਧ ਹੋਣਾ ਚਾਹੀਦਾ ਹੈ। ਪਰ ਇਹ ਨਾ ਹੋਏ ਕਿ ਇਹ ਤਾਂ ਇੱਜ਼ਤਮਾਨ ਬਹੁਤ ਵੱਧ ਗਿਆ, ਨੈ ਨਕਸ਼ ਵੀ ਬੜੇ ਸੋਹਣੇ ਮਿਲ ਗਏ। ਚੰਗੀ ਕੁਲ ਦੇ ਅੰਦਰ ਵੀ, ਦੁਨੀਆ ਦੀ ਚੰਗੀ ਕੁਲ ਦੇ
ਅੰਦਰ ਵੀ ਜੇ ਕਿਤੇ ਤੇਰਾ ਜਨਮ ਹੋ ਗਿਆ, ਤਨ ਦੇ ਉੱਪਰ ਚੰਗੇ ਵਸਤਰ ਵੀ ਪਾ ਲਏ, ਕੁਝ ਗੱਲਾਂ ਵੀ ਚਾਰ ਤੋਂ ਸੋਹਣੀਆਂ ਕਰ ਲੈਂਦਾ ਹੋਵੇ, ਪਰ ਕਹਿਣ ਲੱਗੇ ਜੇ ਕਰਤਾ ਚੇਤੇ ਨਹੀਂ, ਸਮਾਜ ਭਾਵੇਂ ਮਾਨ ਸਨਮਾਨ ਦਈ ਜਾਏ, ਇਸ ਘਰ ਦੇ ਅੰਦਰ ਤਾਂ ਬਾਤ ਨਹੀਂ ਪੁੱਛੀ ਜਾਣੀ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਮਾਜ ਅੰਦਰ ਇੱਜ਼ਤ ਬਣਾਉਣ ਵਾਲਿਆ, ਸਮਾਜ ਅੰਦਰ ਚੰਗਾ ਭਾਈਚਾਰਾ ਕਾਇਮ ਕਰਨ ਵਾਲਿਆ, ਇਹ ਵੀ ਯਾਦ ਰੱਖ, ਜਬ ਲਗ ਦੁਨੀਆ ਰਹੀਏ ਨਾਨਕ ਕੀ ਸੁਣੀਏ ਕਿਛ ਕਹੀਏ। ਹਰ ਇੱਕ ਦੇ ਨਾਲ ਤੂੰ ਬੋਲ ਚੱਲ ਰੱਖ ਰਿਹਾ। ਸਾਹਿਬ ਕਹਿੰਦੇ ਮੈਂ ਰੋਕਦਾ ਨਹੀਂ, ਪਰ ਇਹ ਨਾ ਹੋਵੇ ਕਿ ਅਧਿਆਤਮਿਕ ਤੌਰ ਤੇ ਵੀ ਥਾਂ ਥਾਂ ਦੇ ਸਹਾਰੇ ਬਣਾ ਕੇ ਬੈਠ ਜਾਏ। ਜਦੋਂ ਇਸ ਘਰ ਦੀ ਗੱਲ ਆਵੇ ਤੇ ਉਦੋਂ ਵੀ ਕੱਲਾ ਬਾਤਾਂ ਹੀ ਪੁੱਛੀ ਜਾਏ, ਕਦਮ ਇੱਕ ਵੀ ਨਾ ਪੁੱਟੇ। ਸੰਸਾਰ ਅੰਦਰ ਤੇ ਹੋ ਸਕਦਾ ਬੜਾ ਤੂੰ ਕਾਮਯਾਬ ਹੋ ਗਿਆ, ਸਮਾਜ ਅੰਦਰ ਤੇਰਾ ਬੜਾ ਨਾਮ ਨਾ ਹੋ ਗਿਆ, ਪਰ ਇਸ ਘਰ ਦੀਆਂ ਕੱਲੀਆਂ ਗੱਲਾਂ ਹੀ ਪੁੱਛੀ ਗਿਆ। ਸਾਹਿਬ ਕਹਿਣ ਲੱਗੇ ਗੱਲਾਂ ਦੇ ਨਾਲ ਗੱਲ ਨਹੀਂ ਬਣਨੀ, ਇੱਥੇ ਕੁਝ ਨਾ ਕੁਝ ਪਰਮਾਰਥ ਦੇ ਰਸਤੇ ਤੇ ਕਮਾਉਣਾ ਪੈਣਾ ਹੈ। ਨਾ ਤਾਂ ਕੱਲਾ ਇੱਥੇ ਮੱਥਾ ਟੇਕਿਆਂ ਗੱਲ ਬਣਨੀ, ਨਾ ਪ੍ਰਕਰਮਾ ਕੀਤਿਆਂ ਗੱਲ ਬਣਨੀ ਹੈ, ਨਾ ਹੀ ਰੋਜ਼ ਦਾ ਲੰਗਰ ਛਕ ਕੇ ਗੱਲ ਬਣਨੀ ਹੈ। ਇੱਥੇ ਤੇ ਕੁਝ ਨਾ ਕੁਝ ਆਪਣੇ ਜੀਵਨ ਦੇ ਅੰਦਰ, ਕਿਉਂਕਿ ਸਾਹਿਬ ਨੇ ਅੱਗੇ ਜਾ ਕੇ ਕਹਿਣਾ ਹੈ ਕਿ ਉਰ ਮੈਂ ਗਇਓ ਹਿਰਦੇ ਤੱਕ ਵੀ ਕੋਈ ਗੱਲ ਜਾਣਦੇ, ਜਿਹੜੀ ਗੱਲ ਹਿਰਦੇ ਅੰਦਰ ਜਾਏਗੀ ਉਹੀ ਤੇਰੇ ਜੀਵਨ ਅੰਦਰ ਆਨੰਦ ਲੈ ਕੇ ਆਏਗੀ। ਪ੍ਰਸ਼ਾਦਾ ਪਾਣੀ ਆਪਾਂ ਛਕਦੇ ਆ, ਖੂਨ ਦਾ ਹਿੱਸਾ ਉਹ ਹੀ ਬੁਰਕੀ ਬਣੇਗੀ ਜਿਹੜੀ ਪੇਟ ਤੱਕ ਚਲੀ ਗਈ। ਜਿਹੜੀ ਬੁਰਕੀ ਜਿਹੜੇ ਖਾਣੇ ਦੀ ਇਨਸਾਨ ਉਲਟੀ ਕਰ ਦੇ, ਉਹ ਕਦੇ ਖੂਨ ਦਾ ਹਿੱਸਾ ਨਹੀਂ ਬਣਿਆ ਕਰਦਾ। ਜਿਹੜਾ ਕੁਝ ਅੰਦਰ ਚਲਾ ਗਿਆ ਉਹ ਹੀ ਤੇਰੇ ਸਰੀਰ ਦੇ ਅੰਦਰ ਤਾਕਤ ਬਖਸ਼ੇਗਾ। ਇਸ ਘਰ ਵੱਲ ਆਉਣ ਵਾਲਿਆ, ਕੱਲਾ ਇਹ ਨਾ ਹੋਏ ਕਿ ਬਾਰੀ ਤੇਰੇ ਸਾਰੇ ਕਰਮ ਪੂਰੇ ਹਨ, ਤੂੰ ਅੰਮ੍ਰਿਤ ਵੇਲੇ ਵੀ ਉੱਠਦਾ ਹੋਵੇਂ, ਤੂੰ ਉਹਨਾਂ ਬਚਨਾਂ ਦੇ ਉੱਪਰ ਵੀ ਕੁਝ ਚੱਲਦਾ ਹੋਵੇਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਕਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ ਸਾਰੇ ਕਰਮ ਤੇਰੇ ਬਾਹਰਲੇ ਪੂਰੇ ਹੋਣ। ਤੂੰ ਇਸ਼ਨਾਨ ਪਾਨ ਕਰਕੇ ਗੁਰੂ ਘਰ ਤੱਕ ਆ ਜਾਂਦਾ ਹੋਵੇਂ, ਸੰਗਤ ਵਿੱਚ ਵੀ ਬੈਠ ਜਾਂਦਾ ਹੋਵੇਂ, ਪਰ ਆਪਣੇ ਅੰਦਰ ਕੁਝ ਵੀ ਨਾ ਜਾਣਦੇ, ਤੇ ਜੇ ਗੱਲਾਂ ਪੁੱਛੀਆਂ ਜਾਣ ਤੇ ਗੱਲਾਂ ਵਾਲੇ ਪਾਸੇ ਤੋਂ ਤੂੰ ਪੂਰਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਗੱਲਾਂ ਦੇ ਨਾਲ ਸਮਾਜ ਅੰਦਰ ਇਹ ਇਨਸਾਨ ਇੱਜ਼ਤ ਪਾ ਲੈਂਦਾ ਹੈ ਕਿ ਇਹ ਬੜਾ ਚਤੁਰ ਚਲਾਕ, ਇਹ ਇਨਸਾਨ ਬੜੀ ਸਮਝ ਰੱਖਦਾ ਹੈ। ਪਰ ਇਸ ਘਰ ਅੰਦਰ ਗੱਲਾਂ ਦੇ ਨਾਲ ਬਾਤ ਨਹੀਂ ਬਣਨੀ। ਪੂਛਤ ਪਥਿਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਕਹਿੰਦੇ ਗੱਲਾਂ ਦੇ ਨਾਲ ਰੱਬ ਦੇ ਘਰ ਦੇ ਅੰਦਰ ਸਮਾਈ ਨਹੀਂ ਹੋਣੀ, ਇੱਥੇ ਕੁਝ ਨਾ ਕੁਝ ਅੰਦਰ ਲੈ ਕੇ ਜਾਣਾ ਪਏਗਾ। ਇਹ ਨਾ ਕੋਈ ਇੰਨਾ ਕੁਝ ਪੜ ਲਿਆ, ਇੰਨਾ ਕੁਝ ਸੁਣ ਲਿਆ, ਪਿਛਲੇ ਕੁਝ ਦਿਨਾਂ ਤੋਂ ਇਹ ਉਪਰਾਲਾ ਵੀ ਕਰ ਰਿਹਾ, ਤੇ ਪਰ ਅੰਦਰ ਇੱਕ ਵੀ ਸ਼ਲੋਕ ਦੀ ਵਿਚਾਰ ਜਾਣ ਹੀ ਕੋਈ ਨਾ ਦਿੱਤੀ। ਤੇ ਭਾਈ ਗੁਰਦਾਸ ਜੀ ਦੇ ਇਹ ਬਚਨ ਜਿਹੜੇ ਹਨ, ਇਹ ਬਹੁਤਾਤ ਸਾਡੇ ਉੱਪਰ ਹੀ ਲਾਗੂ ਕੁਜਾਣੇ ਨੇ। ਦੂਸਰਾ ਅੱਗੇ ਜਦੋਂ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤਾ, ਕਹਿੰਦੇ ਕਿਸੇ ਦੇ ਤਨ ਨੂੰ ਜੇ ਕਿਤੇ ਕੋਈ ਰੋਗ ਲੱਗ ਜਾਂਦਾ ਹੈ, ਉਹ ਵੈਦ ਦੇ ਕੋਲ ਡਾਕਟਰ ਦੇ ਕੋਲ ਜਾਂਦਾ ਹੈ। ਹੁਣ ਡਾਕਟਰ ਨੇ ਇਸ ਦੀ ਨਬਜ਼ ਦੇਖੀ, ਇਸ ਦਾ ਰੋਗ ਦੇਖਿਆ, ਰੋਗ ਦੇਖਣ ਤੋਂ ਬਾਅਦ ਜਦੋਂ ਦਵਾਈ ਦੇ ਦਿੱਤੀ, ਉਹ ਦਵਾਈ ਘਰ ਦੇ ਅੰਦਰ ਲੈ ਆਂਦੀ, ਉਸ ਸੰਬੰਧੀ ਨਾ ਕੋਈ ਸੰਜਮ ਰੱਖਿਆ, ਨਾ ਕੁਝ ਖਾਣ ਦਾ ਯਤਨ ਕੀਤਾ। ਪੂਛਤ ਹੈ ਵੈਦ ਖਾਤ ਔਖਦ ਨ ਸੰਜਮ ਸੈ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਕਹਿੰਦੇ ਇਸ ਤਰ੍ਹਾਂ ਰੋਗ ਨਹੀਂ ਮਿਟਿਆ ਕਰਦੇ। ਤੀਜੀ ਗੱਲ ਭਾਈ ਗੁਰਦਾਸ ਜੀ ਨੇ ਹੋਰ ਸਾਂਝੀ ਕੀਤੀ, ਕਹਿੰਦੇ ਪੂਛਤ ਹੈ ਸੁਹਾਗਣ, ਕਰਮ ਤੇ ਸੁਹਾਗਣਾ ਵਾਲੇ ਹੋਣ, ਦੇਖ ਕੇ ਪਤਾ ਲੱਗ ਜਾਏ ਇਹ ਔਰਤ, ਇਸ ਬੱਚੀ ਦਾ ਨਵਾਂ ਵਿਆਹ ਕਾਰਜ ਹੋਇਆ, ਇਸ ਦੇ ਕੱਪੜੇ ਦੱਸ ਰਹੇ ਹਨ, ਇਸ ਦਾ ਹਾਰ ਸ਼ਿੰਗਾਰ ਦੱਸ ਰਿਹਾ ਹੈ। ਇਸ ਘਰ ਵੱਲ ਆਉਣ ਵਾਲਿਆ, ਕਿਤੇ ਇਹ ਨਾ ਕੋਈ ਤੇਰਾ ਵੀ ਹਾਰ ਸ਼ਿੰਗਾਰ ਪੂਰਾ ਹੋਵੇ, ਚਿੱਟਾ ਲਿਬਾਸ ਤਨ ਦੇ ਉੱਪਰ ਪਾਇਆ ਹੋਵੇ, ਉੱਪਰ ਦੀ ਗਾਤਰਾ ਪਾਇਆ ਹੋਵੇ, ਤੂੰ
ਗੋਲ ਦਸਤਾਰ ਵੀ ਬੰਨ ਲਈ, ਤੂੰ ਹੱਥ ਦੇ ਅੰਦਰ ਮਾਲਾ ਵੀ ਲੈ ਲਈ। ਭਾਈ ਗੁਰਦਾਸ ਜੀ ਕਹਿੰਦੇ ਪੂਛਤ ਹੈ ਸੁਹਾਗਣ, ਕਰਮ ਹੈ ਦੁਹਾਗਣ ਕੈ, ਹਿਰਦੈ ਵਿਚਾਰ ਕਤ ਸੇਜਾ ਬੁਲਾਈਐ, ਗਾਏ ਸੁਣੇ ਅੰਖ ਹੈ ਮੀਚੈ, ਪਾਈਐ ਨਾਮ ਪਰਮ ਪਦ, ਗੁਰ ਉਪਦੇਸ਼ ਕਹਿ ਜੋ ਲੋ ਨਾ ਕਮਾਈਐ। ਸਾਹਿਬ ਕਹਿਣ ਲੱਗੇ ਭਾਵੇਂ ਨੇਤਰ ਵੀ ਬੰਦ ਕਰ ਕਰਕੇ ਬੈਠਦਾ ਰਹੀ, ਚੌਂਕੜੇ ਵੀ ਮਾਰ ਲਈ, ਜੇ ਗੁਰੂ ਕਾ ਬਚਨ ਅੰਦਰ ਨਹੀਂ ਜਾਣ ਦੇਗਾ ਤੇ ਕਦੀ ਵੀ ਤੇਰੇ ਜੀਵਨ ਦੇ ਅੰਦਰ ਕੋਈ ਚੇਂਜਿੰਗ ਨਹੀਂ ਆ ਸਕਦੀ, ਅਧਿਆਤਮਿਕ ਤੌਰ ਤੇ ਤੂੰ ਸਫਲਾ ਨਹੀਂ ਹੋਣਾ। ਸਾਹਿਬ ਜ਼ਿਕਰ ਕਰ ਰਹੇ ਨੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਨਾ ਤੇ ਅੰਦਰਲਿਆਂ ਨੇ ਸਾਥ ਦੇਣਾ ਹੈ ਨਾ ਬਹੁਤਾਤ ਬਾਹਰਲਿਆਂ ਨੇ ਸਾਥ ਦੇਣਾ ਹੈ। ਤੇ ਪਿੱਛੇ ਆਪਾਂ ਵਿਚਾਰਦੇ ਆ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਭਾਵੇਂ ਮੌਤ ਦੀਆਂ ਗੱਲਾਂ ਬਹੁਤਾਤ ਕਰ ਰਹੇ ਨੇ, ਸਤਿਗੁਰੂ ਬੈਰਾਗ ਦੀਆਂ ਗੱਲਾਂ ਬੜੀਆਂ ਕਰ ਰਹੇ ਨੇ, ਪਰ ਕਿਸੇ ਵੀ ਸ਼ਲੋਕ ਅੰਦਰ ਸਾਹਿਬ ਨੇ ਇਹ ਨਹੀਂ ਕਿਹਾ ਕਿ ਆਪਣਾ ਪਰਿਵਾਰ ਛੱਡ ਕੇ ਪਹਾੜਾਂ ਤੇ ਚਲੇ ਜਾਓ, ਜ਼ਿੰਮੇਵਾਰੀਆਂ ਨੂੰ ਛੱਡ ਕੇ ਇੱਕ ਪਾਸੇ ਹੋ ਜਾਓ। ਸਤਿਗੁਰੂ ਦਾ ਘਰ ਕਿਸੇ ਜਾਮੇ ਅੰਦਰ ਵੀ ਐਸਾ ਨਹੀਂ ਸਿਖਾਉਂਦਾ। ਇਹ ਤਾਂ ਘਰ ਕਹਿੰਦਾ ਖਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਤੂੰ ਘਰ ਦੇ ਅੰਦਰ ਹੀ ਬੈਰਾਗ ਪੈਦਾ ਕਰਨਾ ਰੇ ਮਨ, ਐਸੋ ਕਰ ਸੰਨਿਆਸਾ ਬਨ ਸੇ ਸਦਨ, ਸਭੈ ਕਰ ਸਮਝੋ ਮਨ ਕੀ ਮਾਏ ਉਦਾਸਾ। ਇਸ ਘਰ ਨੂੰ ਇਸ ਸੰਸਾਰ ਨੂੰ ਪਰਿਵਾਰ ਨੂੰ ਤਿਆਗ ਕੇ ਦੂਰ ਨਹੀਂ ਜਾਣਾ, ਇਹਨਾਂ ਵਿੱਚ ਰਹਿ ਕੇ ਹੀ ਮਾਲਕ ਨੂੰ ਪਾਉਣ ਦਾ ਯਤਨ ਕਰਨਾ ਹੈ। ਜੇ ਗੁਰੂ ਘਰ ਤੱਕ ਪਹੁੰਚ ਜਾਏ ਬੜੀ ਚੰਗੀ ਗੱਲ ਹੈ, ਇੱਥੇ ਸੰਗਤ ਤੇਰੇ ਜੀਵਨ ਅੰਦਰ ਰੰਗ ਲਿਆਵੇਗੀ। ਜੇ ਘਰ ਅੰਦਰ ਬੈਠ ਕੇ ਤੂੰ ਸਾਰਾ ਪਰਿਵਾਰ ਜੁੜ ਜਾਣਾ ਹੈ, ਉੱਥੇ ਵੀ ਤੇਰੀ ਸੰਗਤ ਹੈ, ਪਰ ਕਈ ਵਾਰ ਉਹ ਸੰਗਤ ਮਾਣ ਪੈਦਾ ਕਰ ਦਿੰਦੀ ਏ। ਅਸੀਂ ਜੁੜ ਗਏ, ਪਰ ਜਿਸ ਵਕਤ ਗੁਰੂ ਘਰ ਦੇ ਅੰਦਰ ਆਉਨੇ ਆ, ਇੱਥੇ ਆ ਕੇ ਪਤਾ ਲੱਗਦਾ ਹੈ ਸਾਡੇ ਤੋਂ ਪਹਿਲਾਂ ਵੀ ਬੜੇ ਜੁੜੇ ਹੋਏ ਨੇ। ਇੱਕ ਦੀਵਾ ਦੂਸਰੇ ਦੀਵੇ ਦਾ ਹਨੇਰਾ ਖਤਮ ਕਰ ਦਿੰਦਾ ਹੈ, ਥੱਲੇ ਦਾ ਇੱਕ ਦੀਵਾ ਜਗਦਾ ਹੋਏ ਹਨੇਰਾ ਬਣ ਗਿਆ, ਦੂਸਰਾ ਜਗਿਆ ਤੇ ਦੋਵਾਂ ਦਾ ਹਨੇਰਾ ਮਿਟ ਜਾਂਦਾ ਹੈ। ਸੰਗਤ ਅੰਦਰ ਆਉਣ ਦਾ ਬਸ ਇਹੀ ਕਾਰਨ ਹੈ ਕਿ ਇੱਥੇ ਆ ਕੇ ਮਾਣ ਨਾ ਕਰੀ, ਇੱਥੇ ਤੇਰੇ ਤੋਂ ਪਹਿਲਾਂ ਵੀ ਕਈ ਰੰਗੀਆਂ ਹੋਈਆਂ ਰੂਹਾਂ ਬੈਠੀਆਂ ਹੋਈਆਂ ਨੇ। ਸਾਹਿਬ ਜੀ ਦੇ ਖੈਰ ਜਿਹੜੇ ਬੋਲ ਕਹਿਣ ਲੱਗੇ, ਨਾ ਤੇ ਅੰਦਰਲਿਆਂ ਨੇ ਸਾਥ ਦੇਣਾ ਹੈ ਤੇ ਨਾ ਹੀ ਬਾਹਰਲਿਆਂ ਨੇ ਸਾਥ ਦੇਣਾ। ਸਤਿਗੁਰੂ ਦੇ ਬਚਨਾਂ ਨੂੰ ਗਹਿਰਾਈ ਦੇ ਨਾਲ ਸਮਝੀਏ। ਇੱਕ ਪਾਸੇ ਕਹਿੰਦੇ ਪਰਿਵਾਰ ਦੇ ਵਿੱਚ ਹੀ ਰਹਿਣਾ, ਪਰਿਵਾਰ ਨੂੰ ਛੱਡ ਕੇ ਵੀ ਨਹੀਂ ਜਾਣਾ। ਜ਼ਿੰਮੇਵਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ, ਰੱਬ ਨੇ ਆ ਕੇ ਕੱਲੇ ਕੱਲੇ ਜੀ ਨੂੰ ਨਹੀਂ ਸੰਭਾਲਣਾ, ਉਸਨੇ ਤੇਰੇ ਵਿੱਚ ਬੈਠ ਕੇ ਹੀ ਇਹਨਾਂ ਦੀ ਸੰਭਾਲ ਕਰਨੀ ਹੈ। ਤੇ ਜੇ ਤੂੰ ਸਾਰਾ ਕੁਝ ਛੱਡ ਕੇ ਬਾਹਰ ਘਰ ਨੂੰ ਦੂਰ ਚਲਾ ਜਾਏ ਕਿਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਨਹੀਂ ਭਾਉਂਦਾ। ਕਹਿਣ ਲੱਗੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਕੋਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸਾਈ, ਤੈਸੇ ਹੀ ਹਰ ਬਸੈ ਨਿਰੰਤਰ। ਘਟ ਹੀ ਜੰਗਲ ਅੰਦਰ ਨਹੀਂ, ਘਟ ਹੀ ਖੋਜੋ ਭਾਈ, ਉਸ ਨੂੰ ਅੰਦਰ ਹੀ ਲੱਭਣ ਦਾ ਯਤਨ ਕਰ। ਸਾਹਿਬ ਕਹਿਣ ਲੱਗੇ ਰਹਿਣਾ ਪਰਿਵਾਰ ਅੰਦਰ, ਰਹਿਣਾ ਸਮਾਜ ਅੰਦਰ, ਪਰ ਇਹ ਵੀ ਗੱਲ ਯਾਦ ਰਹੇ ਕਿ ਜਿਸ ਦਿਨ ਦੁਨੀਆ ਦੇ ਵਿੱਚੋਂ ਜਾਣਾ ਹੈ, ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਕੋਈ ਨਹੀਂ ਤੁਰਨਾ। ਜਿੰਨੇ ਦਿਨ ਸੰਸਾਰ ਅੰਦਰ ਹੈ ਤੋ ਸਾਰੇ ਤੇਰੇ ਸਾਥੀ ਬਣ ਜਾਣਗੇ। ਕਈ ਵਾਰ ਇਹ ਵੀ ਸਤਿਗੁਰੂ ਦੀ ਪਾਵਨ ਬਾਣੀ ਨੂੰ ਜਦੋਂ ਪੜ੍ਹਦੇ ਆ ਤੇ ਦੇਖਣ ਅੰਦਰ ਆਉਂਦਾ ਹੈ। ਸਾਹਿਬ ਕਹਿਣ ਲੱਗੇ ਬਹੁਤਾਤ ਤੇਰੇ ਸੁੱਖਾਂ ਦੇ ਹੀ ਸਾਥੀ ਨੇ, ਜਿਸ ਵਕਤ ਸੁੱਖ ਤੇਰੇ ਕੋਲ ਹਨ, ਹਰ ਕੋਈ ਨੇੜੇ ਨੇੜੇ ਢੁਕਣ ਦਾ ਯਤਨ ਕਰੇਗਾ। 7 ਪੀੜ੍ਹੀਆਂ ਦੂਰ ਭਾਵੇਂ ਹੋਵੇ ਤਾਂ ਵੀ ਆਪਣਾ ਹੀ ਕੋਈ ਬਣਾਉਣ ਦਾ ਯਤਨ ਕਰੇਗਾ। ਤੇ ਜੇ ਘਰ ਅੰਦਰ ਕੋਈ ਸੰਕਟ ਆ ਜਾਏ, ਦੁੱਖ ਆ ਜਾਏ, ਫਿਰ ਕਈ ਵਾਰ ਭਰਾ ਦੀ ਵੀ ਬਾਤ ਕੋਈ ਨਹੀਂ ਪੁੱਛੀ ਜਾਂਦੀ। ਨਿਰਦਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਸਾਹਿਬ ਕਹਿਣ ਲੱਗੇ ਇਹ ਦੁਨੀਆ ਦੀ ਹਾਲਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਪਾਵਨ ਬਾਣੀ ਅੰਦਰ
ਜ਼ਿਕਰ ਕਰਦੇ ਨੇ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਜਦੋਂ ਤੇਰੇ ਕੋਲ ਸਾਰੇ ਸੁਖ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੈ। ਉੱਥੇ ਭਰਾਵਾਂ ਤੇ ਗੁੱਸਾ ਨਹੀਂ, ਘਰ ਕੀ ਨਾਰ ਬਹੁਤ ਉਤਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਖੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਤੇਰੇ ਕੱਲੇ ਨਾਲ ਨਹੀਂ, ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਨੇ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਇਓ। ਇਹਨਾਂ ਵਿੱਚੋਂ ਅਖੀਰਲੇ ਸਮੇਂ ਕਿਸੇ ਸਾਥ ਨਹੀਂ ਦੇਣਾ। ਇਸ ਕਰਕੇ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇਨਸਾਨ, ਮੈਂ ਤੈਨੂੰ ਪਾਸੇ ਨਹੀਂ ਇਹਨਾਂ ਤੋਂ ਕਰਨਾ ਚਾਹੁੰਦਾ, ਪਰ ਇਹ ਵੀ ਯਾਦ ਰੱਖ ਕੇ ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਬਤ ਮੈਂ ਟੇਕ ਏਕ ਰਘੁਨਾਥ। ਜਿਸ ਦਿਨ ਮੌਤ ਨੇ ਆਉਣਾ ਹੈ, ਉਸ ਵਕਤ ਇਹਨਾਂ ਵਿੱਚੋਂ ਕਿਸੇ ਵੀ ਸਾਥ ਨਹੀਂ ਦੇਣਾ। ਅੰਦਰ ਦੇ ਵਿਕਾਰਾਂ ਨੇ ਵੀ ਸਾਥ ਕੋਈ ਨਹੀਂ ਦੇਣਾ, ਜਿਹੜੇ ਹਰ ਸਮੇਂ ਨਾਲ ਇਹ ਮਨ ਨੂੰ ਲੈ ਤੁਰਦੇ ਨੇ, ਤੇ ਉਸੇ ਵਕਤ ਕੋਈ ਨਾ ਕੋਈ ਇਹ ਬਰਬਾਦੀ ਕਰਵਾ ਦਿੰਦੇ ਨੇ। ਤਾਂ ਹੀ ਸ਼ਾਇਦ ਸਹਿਸਕ੍ਰਿਤੀ ਸ਼ਲੋਕਾਂ ਅੰਦਰ ਸਾਹਿਬ ਨੇ ਕਿਹਾ ਕਿ ਚੰਗਾ ਕੰਮ ਕਰਨਾ ਹੈ ਤੇ ਦੇਰ ਨਾ ਕਰੀ, ਉਸੇ ਵਕਤ ਕਰ ਦੇਈ, ਕਿਉਂਕਿ ਮਨ ਦੇ ਜਿਹੜੇ ਫੁਰਨੇ ਹਨ ਉਹ ਪਲ ਪਲ ਤੇ ਬਦਲਦੇ ਹਨ। ਹੋ ਸਕਦਾ ਕੁਝ ਸਮੇਂ ਬਾਅਦ ਮਾੜਾ ਫੁਰਨਾ ਪੈਦਾ ਹੋ ਜਾਏ। ਜੇ ਮਾੜਾ ਫੁਰਨਾ ਪੈਦਾ ਹੋਇਆ ਤੇ ਰੁਕ ਜਾਈ, ਉਸ ਵਕਤ ਕਾਲੀ ਨਾ ਕਰੀ। ਹੋ ਸਕਦਾ ਅਗਲਾ ਫੁਰਨਾ ਚੰਗਾ ਆ ਜਾਏ ਤੇ ਕੁਝ ਨਾ ਕੁਝ ਬਚਾਅ ਹੋ ਜਾਏ। ਮਾੜਾ ਫੁਰਨਾ ਪੈਦਾ ਹੋਇਆ ਤੇ ਰੁਕ ਜਾਈ, ਸੋਚ ਲਈ ਕਿ ਇਸ ਦਾ ਰਿਜ਼ਲਟ ਜਿਹੜਾ ਹੈ ਕੀ ਹੋਵੇਗਾ। ਜੇ ਚੰਗਾ ਫੁਰਨਾ ਬਣਿਆ ਤੇ ਉਸੇ ਵਕਤ ਕਰਦੇ, ਦੇਰ ਨਾ ਕਰੀ। ਮੈਂ ਬਿਲੰਬ ਧਰਮੰ ਬਿਲੰਬ ਪਾਪੰ, ਜੇ ਫੁਰਨਾ ਮਾੜਾ ਹੈ ਤੇ ਬਿਲੰਬ ਕਰ ਦਈ, ਦੇਰੀ ਕਰ ਦਈ। ਜੇ ਚੰਗਾ ਕੰਮ ਕਰਨਾ ਹੈ ਤੇ ਉਸੇ ਵਕਤ ਕਰ ਦਈ। ਸਾਹਿਬ ਜੀ ਕਹਿਣ ਲੱਗੇ, ਅੰਦਰ ਦੇ ਜਿਹੜੇ ਵਿਕਾਰ ਹਨ, ਜਿਸ ਵਕਤ ਇਸ ਜੀਵ ਦਾ ਮੰਨਿਆ ਜਾਂਦਾ ਲੇਖਾ ਜੋਖਾ ਹੁੰਦਾ ਹੈ, ਇਹ ਕਾਮ, ਇਹ ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਨਿੰਦਿਆ, ਚੁਗਲੀ। ਬਾਬਾ ਭਗਤਾਂ ਨੇ ਤਾਂ ਪਾਵਨ ਬਾਣੀ ਅੰਦਰ ਕਹਿ ਦਿੱਤਾ, ਇਹ ਤਾਂ ਖਲਾਰਾ ਜਿਹੜਾ ਹੈ ਇਹ 50 ਤੋਂ ਵੀ ਵੱਧ ਚਲਾ ਜਾਂਦਾ ਹੈ। ਕਬੀਰ ਸਰਵਰ ਪੰਖੀ ਖੇਕੜੋ, ਫਾਹੀ ਵਾਲ 50, ਇਹ ਤੇ 50 ਤੋਂ ਵੀ ਉੱਪਰ ਜਿਹੜੇ ਤੈਨੂੰ ਬੰਨਣਾ ਚਾਹੁੰਦੇ ਨੇ। ਪਰ ਕਹਿ ਲੱਗੇ ਜਿਸ ਦਿਨ ਲੇਖਾ ਜੋਖਾ ਹੋਣਾ, ਇਹ ਸਾਰੇ ਸਾਥ ਛੱਡ ਕੇ ਚਲੇ ਜਾਣਗੇ। ਪੰਚ ਕਿਰਸਾਨਵਾ ਭਾਗ ਗਏ, ਲੈ ਬਾਂਧਿਓ ਜੀਉ ਦਰਬਾਰੇ। ਜਿਸ ਵਕਤ ਇਸ ਦਾ ਲੇਖਾ ਹੋਵੇਗਾ, ਇਹ ਸਾਰੇ ਸਾਥ ਛੱਡ ਕੇ ਇਸ ਦਾ ਚਲੇ ਜਾਂਦੇ ਨੇ। ਦੁਨੀਆ ਦੇ ਮਿੱਤਰ ਦੋਸਤ ਵੀ ਚਲੇ ਗਏ, ਅੰਦਰ ਦੇ ਵਿਕਾਰ ਵੀ ਸਾਥ ਛੱਡ ਕੇ ਚਲੇ ਗਏ, ਤੇ ਉਸ ਵਕਤ ਫਿਰ ਲੇਖਾ ਇਕੱਲੇ ਨੂੰ ਦੇਣਾ ਪੈਂਦਾ ਹੈ। ਇਸ ਕਰਕੇ ਜੇ ਸਤਿਗੁਰੂ ਦੇ ਬਚਨਾਂ ਨੂੰ ਪਹਿਲਾਂ ਹੀ ਮੰਨ ਲਈਏ ਕਿ ਇਹਨਾਂ ਮਾੜਿਆਂ ਦਾ ਸਾਥ ਆਪਾਂ ਨਹੀਂ ਲੈਣਾ, ਪਰਿਵਾਰ ਦੇ ਵਿੱਚ ਭਾਵੇਂ ਆਪਾਂ ਰਹਿਣਾ ਹੈ, ਪਰਿਵਾਰ ਦੀ ਹਰ ਜ਼ਿੰਮੇਵਾਰੀ ਨੂੰ ਆਪਾਂ ਸੰਭਾਲਣਾ ਹੈ। ਇੱਥੇ ਪਿੱਛੇ ਆਪਾਂ ਵਿਚਾਰ ਰਹੇ ਸਾਂ, ਭਗਤ ਧੰਨਾ ਜੀ ਕਹਿੰਦੇ ਸਭ ਕੁਝ ਚਾਹੀਦਾ ਹੈ, ਇਕੱਲੇ ਵਾਸਤੇ ਨਹੀਂ ਚਾਹੀਦਾ, ਪਰਿਵਾਰ ਵਾਸਤੇ ਚਾਹੀਦਾ ਹੈ। दाल सीधा मांगो कियो, हमरा खुशी करे नित जियो। पनिया साधन निका, अनाज मंगो सत सी का, गऊ भैंस मंगो लवेरे। एक ताजन तुरी चंगेरी, घर की खनचंगी। लोग परिवार नूं छड्ड के बाहर दूर जांदे ने, ते रब इस घर दे अंदरों आवाजां आ रहीआं ने, घर की खनचंगी। जन धन्ना लीवै मंगी, मैं सुचज्जी और तेरे तो मंगदा हां। ये ना कोई मेरे घर अंदर मेरे चार संबंधी मिलन आ जान ते घर वाली कई प्रसादा नहीं बनता, मेरे तो चाह पानी नहीं बनता। इस तरह की घर वाली नूं भगत धन्ना जी कहंदे की करना है, मैनू सुचज्जी और सुचज्जा परिवार दे दे, जिहड़ा हर समय मेरा साथ देवे, वो दुनिया के कामां अंदर भी साथ देवे। ओ अध्यात्मक तौर ते जदों मैं बैठा उदों भी वो मेरा साथ देवे। सहम कहन लगे बस एक गल ये याद रख ले, इन्हां ने नाल कोई नहीं निभना, पर
पर रहना इन्हां दे विच ही है। जैसे जल में कमल निरालम मुरगाई ने साणे सुरत शब्द भव सागर तरिए नानक नाम खाणे। दो एग्जाम्पल इस विच सांझे कीते। एक मुरगाबी पंछी, क्योंकि बाकी आपां पंछी जदों देखदे आ ਕਾਂ है कबूतर है कोई होर पंछी है, पानी अंदर किते भिज जाण जिन्नी देर इन्हां दे पंख सुक नहीं जांदे ये कदी भी उडारी नहीं भर सकदे। पर मुरगाबी पंछी तां पानी अंदर ही आके बैठदी है, रात सारी पानी अंदर ही बतीत करेगी। पिंडां थावां ते ये देखण नूं मिल जांदे ने। रात सारी पानी अंदर बतीत कीती, सवेर होनी है ते अपने पंख जिहड़े ने उसने सुक्के रखे ते पानी विचों ही उडारी मार गई। साहब कहंदे रहना संसार अंदर है, पर यह ना होए कि मोह माया तेरे सिर ही चढ़ जाए। रहना इसे विच है, पर मुरगाबी पंछी तो जुगती ले ले। दूसरा उदाहरण कहंदे कमल दा फुल पौधा जदों भी पैदा होएगा ये चिक्कड़ दे विच ही पैदा होवेगा, ते जिन्ना क चिक्कड़ तलाब अंदर किसे पब्बर अंदर उच्चा हुंदा है उन्ना ही ये कमल दा पौधा अपने आप नूं उच्चा कर लैंदा है। कहंदे रहना इत्थे संसार विच ही है, मोह माया दे विच ही है। जिवें एक बेड़ी जां कोई समुंदरी जहाज जदों भी चलेगा वो पानी दे विच ही चलेगा, ते जदों भी वो डुबदा पानी दे विच ही डुबदा है। कदी किते ये नहीं सुनिया कि सुक्के अंदर समुंदरी जहाज चलिया ते सुक्के अंदर वो डुब गया। उसने पानी विच ही अगे अगे जाना है ते पानी विच ही डुब जांदा है। रहना संसार अंदर तू इसे तरह, पर यह ना होए कि विकारां दा पानी किते तेनू डूब जाए। जे गुरमत कोल होवेगी ते फिर उच्चा हो के तू जी सकदा है। साहब कहन लगे बस ये गल याद रख ले कि संग सखा सब तज गए को न निभ्यो साथ, इन्हां विचों किसे भी तेरे नाल नहीं जाना। कहो नानक ए विपत में टेक एक रघुनाथ। साहब ने खुणे नित ने मंदिर भी ये बोल सांझे कीते कि ए मन प्यारिया तू सदा सत संभाले, एक टंब तू जे देखदा चले ना ही तेरे नाले, साथ तेरे चले ना ही तिस नाल क्यों चित लाइए। ऐसा काम मूले ना कीचै जित अंत पछताइए, किते अंत पछताउणा पै जाए। रहना परिवार अंदर बस आ गल मैं बार बार कर रहा, सतगुरु दी जुगती नूं समझ लईए। रहना परिवार विच है, पर यह ना कोई बाद अंदर जाके किते समझ आवे, ये पहला ही समझ लईए। सतगुरु जी ने दो तीन उदाहरणां गुरु तेग बहादुर साहब दी जदों पावन बाणी नूं पढ़दे हैं ते एक गल आपां कल विचार रहे सां कि हाथी जे किते पुकार करदा है ते साहब कहन लगे हाथी दी पुकार सुनी जांदी है ते की तेरी पुकार नहीं सुनी जांदी। ते फिर साहब कहन लगे जे मनुख ने पुकार कीती भावें ओ समा अखीरला चलदा होवे, तेरे जीवन दे अंदर भावें केड़ा भी पड़ाव चल रहा है, बचपन अंदर समझ आ गई बड़ी चंगी गल है, जवानी अंदर समझ आ गई बड़ा चंगा, जे बुढ़ापे अंदर ही समझ आ गई ते साहब कह लगे गुरमुख बुढ़े कदे नहीं सतगुरु दा घर निराशता वाले पासे नहीं लेके जाना चाहता, अजे भी तेनों बचाउणा चाहता है। गुरु तेग बहादुर साहब जी ने जदों गल्लां कीतियां जीवन इखलाक तो गिर चुके, एक ते सतगुरु जी ने गणका दा जिक्र कीता ते एक अजामल दा 15 रागां दे अंदर सतगुरु दी पावन बाणी नूं पढ़दे आ ते आ दो तीन उदाहरणां सतगुरु जी ने बहुतात थावां ते साझीआं कीतियां। पिछे भी विचार रहे सन क्योंकि बिपता जिहड़ी है समय दे बादशाह ने हिंदू धर्म दे ऊपर पाई हुई है, और इस गल दा भी ख्याल रखना मैं पिछे भी ये बोल सांझे कीते सन कि गुरु तेग बहादुर साहब जी दी ए बख्शिश ए रहमत ए शहीदी इस दा दायरा जिहड़ा है वो छोटा ना कीता जाए। हिंद दी चादर कह के गल ना मुका दईए क्योंकि उस सृष्टि दी चादर खन सतगुरु दे जिहड़े समकाली कवि होए ने सैनापति पिछे इन्हां बचनां नूं विचारिया सी आपां ते अज फिर मेरे एक कन्नां अंदर आवाज पई कि सतगुरु हिंद दी चादर ओ कवि सैनापति जिक्र करदा है प्रगट भए गुरु तेग बहादुर सगल सृष्ट हिंद दी
ਦੀ ਕੱਲੀ ਗੱਲ ਨਹੀਂ ਕੀਤੀ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕਿ ਸਾਰੀ ਸ੍ਰਿਸ਼ਟੀ ਦੀ ਪੱਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖ ਲਈ। ਇਹ ਵੱਖਰੀ ਗੱਲ ਕਿ ਬਿਪਤਾ ਹਿੰਦੂ ਧਰਮ ਦੇ ਉੱਪਰ ਪਈ ਹੋਈ ਉਸ ਸਮੇਂ ਜੇ ਹੋਰ ਵੀ ਕੋਈ ਇਸਲਾਮ ਵਾਲਾ ਆ ਜਾਂਦਾ, ਜੈਨੀ ਆ ਜਾਂਦਾ, ਬੋਧੀ ਆ ਜਾਂਦਾ, ਕੋਈ ਵੀ ਆ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦੇ ਨਾਲ ਵੀ ਤੁਰ ਪੈਣਾ ਸੀ, ਕਿਉਂਕਿ ਇਹ ਘਰ ਕਹਿੰਦਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ, ਇਹ ਬਿਪਤਾ ਹੀ ਟਾਲਦਾ ਆਇਆ ਹੈ ਤੇ ਇਹ ਬਿਪਤਾ ਟਾਲਦਾ ਹੀ ਰਹੇਗਾ। ਅੱਜ ਵੀ ਜੇ ਕਿਤੇ ਕਿਸੇ ਨੂੰ ਕੋਈ ਬਿਪਤਾ ਪਈ ਹੋਈ ਏ ਤੇ ਗੁਰਦੁਆਰਿਆਂ ਵਾਲੀ ਮੂੰਹ ਕਰਕੇ ਇਸ ਘਰ ਦੇ ਵਿੱਚੋਂ ਜੀਵਨ ਦੀਆਂ ਦਾਤਾਂ ਮੰਗਦੇ ਨੇ, ਕਿਉਂਕਿ ਸਤਿਗੁਰੂ ਦਾ ਘਰ ਸਭਨਾਂ ਦਾ ਭਲਾ ਮਨਾਉਂਦਾ, ਇਹ ਕਿਸੇ ਦਾ ਬੁਰਾ ਨਹੀਂ ਮੰਗਦਾ। ਸਾਹਿਬ ਜੀ ਦੇ ਜਿਹੜੇ ਆਪਾਂ ਬੋਲ ਵਿਚਾਰ ਰਹੇ ਆ, ਸਾਹਿਬ ਕਹਿਣ ਲੱਗੇ ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਉ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਸਾਹਿਬ ਕਹਿਣ ਲੱਗੇ ਅਖੀਰਲੇ ਸਮੇਂ ਤੇਰਾ ਕਿਸੇ ਸਾਥ ਨਹੀਂ ਦੇਣਾ। ਦੇਖੋ ਜਦੋਂ ਸੁੱਖ ਮਿਲਦਾ ਹੈ ਤੇ ਸਾਰੇ ਨੇੜੇ ਨੇੜੇ ਢੁਕਦੇ ਨੇ, ਔਰ ਇਤਿਹਾਸ ਨੂੰ ਵੀ ਆਪਾਂ ਭਾਵੇਂ ਪੜ੍ਹ ਕੇ ਦੇਖ ਲਈਏ, ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰਾਂ ਨੇ ਵੀ ਕੁਝ ਦਾਵਾ ਕੀਤਾ, ਕਿਉਂਕਿ ਉਸ ਵਕਤ ਦੂਸਰਾ ਗੁਰੂ ਥਾਪਣੇ ਤੇ ਕਿਹੜਾ ਕੋਈ ਸ਼ਹੀਦੀ ਦੇਣੀ, ਬਸ ਭੇਟਾਵਾਂ ਆ ਰਹੀਆਂ ਨੇ। ਦੂਸਰੇ ਪਾਤਸ਼ਾਹ ਦੇ ਸਪੁੱਤਰਾਂ ਨੇ ਫਿਰ ਝਗੜਾ ਪਾਇਆ, ਕਿਉਂਕਿ ਸੁਖ ਹਨ, ਲੋਕ ਆਉਂਦੇ ਨੇ ਕੀਮਤੀ ਭੇਟਾਵਾਂ ਰੱਖਦੇ ਨੇ ਤੇ ਦੋਨਾਂ ਸਾਹਿਬਜ਼ਾਦਿਆਂ ਬਾਬਾ ਦਾਤੂ ਜੀ ਨੇ ਬਾਬਾ ਦਾਸੂ ਜੀ ਨੇ ਝਗੜਾ ਪਾਇਆ। ਜਿਸ ਵਕਤ ਇਹ ਦਾਤ ਜੋਤ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਚਲੀ ਗਈ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਇਹਨਾਂ ਸਾਹਿਬਜ਼ਾਦਿਆਂ ਦੇ ਵਿੱਚੋਂ ਬਾਬਾ ਦਾਤੂ ਜੀ ਨੇ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਛਾਤੀ ਅੰਦਰ ਸਿੰਘਾਸਨ ਤੇ ਬਿਰਾਜਮਾਨ ਕੋਇਆਂ ਜਾ ਕੇ ਛਾਤੀ ਅੰਦਰ ਲੱਤ ਮਾਰ ਦਿੱਤੀ ਕਿ ਹੱਕ ਸਾਡਾ ਬਣਦਾ ਹੈ, ਤੂੰ ਇੱਥੇ ਆ ਕੇ ਕਿਵੇਂ ਪ੍ਰਵਾਨ ਹੋ ਰਿਹਾ ਹੈ। ਉਸ ਵਕਤ ਕਵੀ ਸੰਤੋਖ ਸਿੰਘ ਜੀ ਨੇ ਇਹ ਬੋਲ ਸਾਂਝੇ ਕੀਤੇ ਕਿ ਗੁਰੂ ਅਮਰਦਾਸ ਪਾਤਸ਼ਾਹ ਦੀ ਨਿਮਰਤਾ ਦੇਖੋ ਕੈਸੀ ਹੈ। ਕਹਿਣ ਲੱਗੇ ਇੱਕ ਤੋਂ ਸੇਵਾ ਬਿਰਧ ਭਇਓ ਹੋ, ਦੁਤੀਆ ਬਹਿਤੇ ਬਿਰਧ ਭਇਓ ਹੋ, ਜਾਂ ਤੇ ਅਦਕ ਸਰੀਰ ਕਠੋਰਾ, ਤੁਮਰੇ ਚਰਨ ਮ੍ਰਿਦੁਲ ਨੇ ਥੋਰਾ, ਲੱਗੀ ਹੋ ਕੇ ਚੋਟ ਮਹਾਨਾ, ਖਿਮਾ ਕਰੋ ਗੁਰ ਸੁਤ ਬਲਵਾਨਾ। ਕਿ ਆਏ ਕੋਈ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਮੁਆਫ ਕਰ ਦੇਣਾ, ਕਿਉਂਕਿ ਮੈਂ ਆਪ ਜੀ ਨੂੰ ਦੇਖ ਕੇ ਉੱਠ ਕੇ ਖੜਾ ਨਹੀਂ ਹੋਇਆ, ਮੇਰਾ ਫਰਜ਼ ਬਣਦਾ ਸੀ ਗੁਰੂ ਦਾ ਸੁਪੁੱਤਰ ਆ ਰਿਹਾ ਹੈ, ਮੈਂ ਉੱਠ ਕੇ ਸਨਮਾਨ ਵਜੋਂ ਖੜਾ ਹੋ ਜਾਂਦਾ। ਗੁਰਤਾ ਗੱਦੀ ਦੀ ਦਾਤ ਆਪਣੇ ਕੋਲ ਹੈ, ਪਰ ਆਏ ਹੋਏ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਜਿਹੜੇ ਦੁਸ਼ਮਣ ਬਣ ਕੇ ਆ ਰਹੇ ਨੇ, ਉਹਨਾਂ ਵੱਲ ਵੀ ਕਿਵੇਂ ਨਿਮਰਤਾ ਦੇ ਨਾਲ ਬੋਲਿਆ ਜਾ ਰਿਹਾ ਹੈ, ਕਿਵੇਂ ਸਤਿਗੁਰੂ ਦਾ ਘਰ ਨਿਮਰਤਾ ਵਿਖਾਉਂਦਾ ਆਇਆ। ਤੀਸਰੇ ਜਾਮੇ ਅੰਦਰ ਫਿਰ ਜਦੋਂ ਤੀਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਮੋਹਣ ਜੀ ਬਾਬਾ ਮੋਹਰੀ ਜੀ ਇਹਨਾਂ ਨੇ ਵੀ ਕੋਈ ਝਗੜੇ ਪਾਏ। ਚੌਥੇ ਪਾਤਸ਼ਾਹ ਦਾ ਸਮਾਂ ਆਉਂਦਾ ਹੈ, ਇਹਨਾਂ ਦੇ ਸੁਪੁੱਤਰ ਬਾਬਾ ਪ੍ਰਿਥੀਆ ਜੀ ਨੇ ਤਾਂ ਹੱਦ ਕਰ ਦਿੱਤੀ। ਉਹਨਾਂ ਤੋਂ ਬਾਅਦ ਅੱਗੇ ਬਾਬਾ ਮਹਾਦੇਵ ਹਨ। ਜੇ ਪ੍ਰਵਾਨ ਕੋਈ ਹੋਇਆ ਪਹਿਲੀ ਵਾਰੀ ਇਸ ਘਰ ਅੰਦਰ ਸਾਹਿਬਜ਼ਾਦਾ ਗੁਰੂ ਅਰਜਨ ਸਾਹਿਬ ਜੀ ਪ੍ਰਵਾਨ ਹੋਏ ਨੇ, ਇਹਨਾਂ ਤੋਂ ਪਹਿਲਾਂ ਕੋਈ ਸਾਹਿਬਜ਼ਾਦਾ ਪ੍ਰਵਾਨ ਨਹੀਂ ਹੋਇਆ। ਭਾਵੇਂ ਸਤਿਗੁਰੂ ਜੀ ਨੇ ਥੋੜਾ ਜਿਹਾ ਇਸ਼ਾਰਾ ਕਰ ਦਿੱਤਾ ਕਿ ਮੋਰੀ ਪੁੱਤ ਗੁਰੂ ਅਮਰਦਾਸ ਪਾਤਸ਼ਾਹ ਦੇ ਛੋਟੇ ਸੁਪੁੱਤਰ ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ, ਪਰ ਇਹ ਦਾਤ ਜੋਤ ਗੁਰੂ ਰਾਮਦਾਸ ਪਾਤਸ਼ਾਹ ਕੋਲ ਜਾ ਚੁੱਕੀ ਸੀ। ਬਾਅਦ ਅੰਦਰ ਜੇ ਬਚਨ ਮੰਨ ਵੀ ਲਿਆ ਤੇ ਉਹ ਕਾਹਦਾ ਮੰਨਿਆ। ਖੈਰ ਬਾਬਾ ਪ੍ਰਿਥੀਆ ਜੀ ਨੇ ਝਗੜਾ ਪਾਇਆ, ਬਾਬਾ ਮਹਾਦੇਵ ਜੀ ਦਾ ਵੀ ਕੋਈ ਜ਼ਿਕਰ ਆਉਂਦਾ ਹੈ। ਦਾਤ ਜੋਤ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਚਲੀ ਗਈ। ਹੁਣ ਤੱਕ ਕਿਵੇਂ ਗੁਰਤਾ ਗੱਦੀ ਤੇ ਇਹਨਾਂ ਸਾਹਿਬਜ਼ਾਦਿਆਂ ਝਗੜੇ ਪਾਏ, ਪਰ ਜਦੋਂ ਪਤਾ ਲੱਗਦਾ ਹੈ ਕਿ ਪੰਜਵੇਂ ਪਾਤਸ਼ਾਹ ਨੂੰ ਤੱਤੀ ਲੋਹ ਉੱਪਰ ਵੀ ਬੈਠਣਾ ਪੈਂਦਾ ਹੈ, ਇੰਨਾ ਵੱਡਾ ਸੰਕਟ ਇੰਨੀ ਮੁਸੀਬਤ ਤਨ ਦੇ ਉੱਪਰ ਆ ਸਕਦੀ ਏ, ਤੇ ਛੇਵੇਂ ਪਾਤਸ਼ਾਹ ਦੇ ਸਮੇਂ ਦੇ ਕੋਲ ਕੋਈ ਝਗੜਾ ਪਾਉਣ ਵਾਲਾ ਕੋਈ ਨਹੀਂ ਆਇਆ, ਕਿਉਂਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰੈ ਬਿਪਤ ਪਰੀ ਸਭੀ ਸੰਗ ਛਾਡਤ, ਕੋ ਨਾ ਆਵਤ ਨੇਰਾ। ਹੁਣ ਕੋਈ ਸਾਹਿਬਜ਼ਾਦਾ ਨੇੜੇ ਨਹੀਂ ਆਇਆ,
पता है इत्थे कुर्बानी देनी पैनी है। उस तो बाद फिर 7वें पातशाह 8वें पातशाह इन्हां दे समय फिर ये आके दावेदार कदी धीरमल वर्गे कदी राम राय वर्गे इन्हां ने फिर बड़ा कलेश पाया, क्योंकि सुख दा समा है। ते जदों देख देखन कि 9वें पातशाह गुरु तेग बहादुर साहब जां 10वें पातशाह दी गल कर लईए कि इत्थे फिर किसे ना किसे वास्ते आपा कुर्बान करना पैंदा है, उस वक्त फिर सारे पिछे खट जांदे ने। सुख दा समा आउंदा है ते किवें बाबे बकाले दी धरती ते ये सारे 22 दावेदार, पता हुण किहड़ा कोई शहीदी देनी है, 22 दावेदार उत्थे खड़े हो जांदे ने। अज सतगुरु गुरु तेग बहादुर साहब जी दा गुरता गद्दी दिवस भी है, नाल नाल गुरु हरकृष्ण पातशाह जी दा सचखंड पियाना दिवस है। और देखो किन्ने आपां वड्डे वडभागी, एक पासे सतगुरु जी दा 400 साला प्रकाश दिहाड़ा एक कौम मना रही है, ते जदों प्रकाश दिहाड़े दीयां गल्लां होणीਆਂ ने आउण वाले दिनां अंदर ये सारे बोल सांझे होणगे कि गुरु तेग बहादुर साहब जी दे इतिहास दीयां गल्लां जाके शहीदी ते संपूर्ण होणीਆਂ ने, क्योंकि वो महान वड्डा साका कर गए। गुरु गोबिंद सिंह पातशाह नूं भी कहना पै जांदा है, तिलक जंजू राखा प्रभ ताका कीनो बड़ो कनू में साका, कि इन्ना वड्डा साका साडे पिता जी कर गए। ये दोनों गल्लां हो जाणियां सन इन्हां दिनां अंदर, और करदे भी आ रहे हैं। गुरता गद्दी दीयां बातां रह जाणियां सन, सतगुरु ने वो भी लिया के विच ही इन्हां दिनां दे अंदर ये दिहाड़ा सानू दे दिता। किड्डे असीं वडभागी कि प्रकाश दिहाड़ा भी मना रहे हैं, शहीदी दीयां गल्लां भी होणीਆਂ ने, ते अज गुरता गद्दी दिवस भी सतगुरु दा इस पावन दिहाड़े दी आप सरबत संगतां नूं लख लख वधाई होवे। बाबे बकाले दी धरती ते ये रहमतां वापरियां जदों दिल्ली दी धरती ते गुरु हरकृष्ण पातशाह ये अखीर ते बोल कह गए कि बाबा बसे ग्राम बकाले बन गुर संगत सकल संभाले, कि हुण 9वें थां ते गुरु नानक साहब दे घर दी जिम्मेवारी गुरु तेग बहादुर साहब जी संभालणगे। कुछ इशारा कर दिता, हुण उत्थे 22 दावेदार चले गए। पिछे आपां इन्हां बचनां नूं विचारिया सी, खैर विस्तार नहीं, पर भाई मक्खण शाह उत्थे पहुंचदे ने ते उन्हां ने अरदास कीती, कदी बाहर दा बेड़ा डुबदा जा रहा सी तू ओ किनारे ला दिता, अज मन दा बेड़ा डुबदा जा रहा है। पता नहीं इत्थे किन्नी संगत भरम भुलेखे अंदर पै के इन्हां 22 दावेदारां कोलों दान पुन करके वापस मुड़ जाए। इस करके हुण तू प्रगट हो, अरदास बेनती करदे ने। कुछ समय बाद ये सारा पता लगदा है, गुरु तेग बहादुर साहब कोल पहुंचदे हन, जाके अपनियां भेटां जिहड़ियां ने वो भी सारी 500 मोहरां दा जो जिक्र आउंदा है वो भी रखियां, ते रिया नहीं गया, क्योंकि जिस मिलिए मन होए आनंद सो सतगुर कहिए, मन की दुविधा बिन सजाए कर परम पद लईए। जे मेरी दुविधा दूर हो गई ते आए हुए इत्थे भुलेखे अंदर पखंडियां कोले वापस न मुड़ जान। इस करके कोठे ऊपर चढ़ के गुरु ला दोरे दा कूका ला दिता। गुरु तेग बहादुर साहब जी गुरता गद्दी दे ऊपर सन 1664 दे अंदर विराजमान हुंदे ने। 1675 दे अंदर जाके शहीदी हो रही। 10-11 साल इस घर दे अंदर 70 सिंघासन दे मालक बन के सेवावां निभाईयां। 15 रागां अंदर सानू ये मखान खजाना दे दिता। उस तो बाद आ जिहड़े श्लोक है जिन्हां नूं आपां भोग दे श्लोक भी कह दिंदे आ, ये साडी शब्दावली है, पर जदों सतगुरु दी पावन बाणी नूं पढ़दे आ 1410 अंग ते उत्थे जिहड़ा सरलेख है श्लोक 12 ते वधीक, पिछे आपां विचारिया सी अरंभता अंदर श्लोक 12 ते वधीक इस पावन बाणी
ਬਾਣੀ ਦਾ ਸਰਲੇਖ ਹੈ ਕਿ ਜਿਹੜੇ ਵਾਰਾਂ ਦੇ ਨਾਲੋਂ ਸ਼ਲੋਕ ਵੱਧ ਗਏ, 20 ਵਾਰਾਂ ਦੇ ਨਾਲੋਂ 2 ਵਾਰਾਂ ਐਸੀਆਂ ਬਾਬਾ ਸੱਤਾ ਬਲਵੰਡ ਜੀ ਦੀ ਵਾਰ ਤੇ ਉਸ ਤੋਂ ਬਾਅਦ ਬਸੰਤ ਕੀ ਵਾਰ, ਇਸ ਅੰਦਰ ਕੋਈ ਸ਼ਲੋਕ ਨਹੀਂ ਆਏ। ਬਾਕੀ 20 ਵਾਰਾਂ ਦੇ ਨਾਲ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਸ਼ਲੋਕ ਆਏ ਤੇ ਜਿਹੜੇ ਅਜੇ ਵੀ ਬਚ ਗਏ ਉਹ ਇਹ ਸਾਰੇ ਸ਼ਲੋਕ ਜਿਹੜੇ ਸਨ ਪਿੱਛੇ ਦਰਜ ਕਰ ਦਿੱਤੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਰਹਿਮਤਾਂ ਹਨ। ਉਹ ਮਹਾਨ ਸੇਵਾਵਾਂ ਇਸ ਘਰ ਦੇ ਅੰਦਰ ਕਰਕੇ ਉਹ ਸਾਨੂੰ ਵੀ ਸਿਖਾ ਗਏ ਕਿ ਬੈਰਾਗ ਜਿਹੜਾ ਕਰਨਾ ਉਹ ਘਰ-ਬਾਰ ਤਿਆਗਣ ਵਾਲਾ ਨਹੀਂ, ਬੈਰਾਗ ਘਰ ਦੇ ਅੰਦਰ ਵੀ ਹੋ ਸਕਦਾ ਹੈ ਜੇ ਪਾਵਨ ਬਾਣੀ ਦੇ ਨਾਲ ਸਾਂਝ ਪਾਈ ਰੱਖੇਗਾ ਤੇ ਤੈਨੂੰ ਇਹ ਸਾਰੀ ਸਮਝ ਪੈ ਜਾਏਗੀ। ਸਤਿਗੁਰੂ ਨੇ ਹੋਰ ਵੀ ਖੈਰ ਪਾਵਨ ਬਾਣੀ ਅੰਦਰ ਬੜਾ ਜ਼ਿਕਰ ਕੀਤਾ ਹੈ ਕਿ ਕੋਈ ਜਾਣੈ ਕਵਣ ਇਹਾਂ ਜਗ ਮੀਤ। ਮੈਂ ਵਿਚਾਰਿਆ ਕਿ ਸੰਗ ਸਖਾ ਸਭ ਤਜ ਗਏ, ਇਹਨਾਂ ਨੇ ਸਾਥ ਅਖੀਰ ਤੇ ਛੱਡ ਜਾਣਾ ਹੈ। ਕੋਈ ਜਾਣੈ ਕਵਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ, ਤਾਕੀ ਨਿਰਮਲ ਰੀਤ ਮਾਤ ਪਿਤਾ ਬਨਤਾ ਸੁਤ ਬੰਧਬ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਇਹਨਾਂ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਚੱਲਣਾ, ਬਸ ਇਸ ਗੱਲ ਨੂੰ ਸਮਝ ਲੈ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਰਘੁਨਾਥ ਦਾ ਅਰਥ ਹੈ ਪਰਮਾਤਮਾ। ਇੱਥੇ ਕਿਸੇ ਹੋਰ ਦੇਵੀ ਦੇਵਤੇ ਦਾ ਜ਼ਿਕਰ ਨਹੀਂ ਚੱਲ ਰਿਹਾ। ਸਹਿਬ ਕਹਿਣ ਲੱਗੇ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ, ਪਰਮਾਤਮਾ ਹੀ ਸਹਾਈ ਹੋਵੇਗਾ। ਫਿਰ ਕਹਿ ਰਹੇ ਨੇ ਨਾਮ ਰਹਿਓ ਸਾਧੂ ਰਹਿਓ। ਪਹਿਲਾਂ ਸਤਿਗੁਰੂ ਨੇ ਕਿਹਾ ਕਿ ਆ ਵੀ ਰਿਸ਼ਤਾ ਕੋਈ ਨਹੀਂ ਰਹਿਣਾ, ਆ ਵੀ ਰਿਸ਼ਤਾ ਕੋਈ ਨਹੀਂ ਰਹਿਣਾ, ਜਗਤ ਦੇ ਵਿੱਚੋਂ ਤੂੰ ਵੀ ਚਲੇ ਜਾਣਾ ਹੈ। ਤੇ ਹੁਣ 3-4 ਜਿਹੜੀਆਂ ਗੱਲਾਂ ਸਹਿਬ ਕਰ ਰਹੇ ਨੇ, ਕਹਿਣ ਲੱਗੇ ਇਹਨਾਂ ਸਾਰਿਆਂ ਨੇ ਰਹਿਣਾ ਹੈ। ਦੇਖੋ ਧਿਆਨ ਨਾਲ ਬਚਨਾਂ ਨੂੰ ਸੁਣਨਾ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਕੋਈ ਵੀ ਚੀਜ਼ ਇਹ ਨਹੀਂ ਕਿਹਾ ਕਿ ਚਲੀ ਜਾਏਗੀ। ਦੁਨੀਆ ਦੇ ਅੰਦਰ ਕੋਈ ਇਨਸਾਨ ਕਿਸੇ ਅਹੁਦੇ ਉੱਪਰ ਹੋਵੇ, 2, 4, 5, 10 ਸਾਲ ਬਾਅਦ ਅਹੁਦਾ ਛੁੱਟ ਜਾਏ, ਫਿਰ ਆਪਣੇ ਪਿੱਛੇ ਆਪਣੇ ਅੱਗੇ ਐਕਸ ਲਾ ਲੈਂਦਾ ਹੈ ਕਿ ਮੈਂ ਹੁਣ ਸਾਬਕਾ ਚੇਅਰਮੈਨ ਹਾਂ, ਮੈਂ ਸਾਬਕਾ ਸਰਪੰਚ ਹਾਂ, ਮੈਂ ਸਾਬਕਾ PM CM ਕੁਝ ਵੀ ਕਹਿ ਲਈਏ। ਪਰ ਇੱਥੇ ਇਹਨਾਂ 4 ਚੀਜ਼ਾਂ ਦੇ ਅੱਗੇ ਕਦੀ ਵੀ ਐਕਸ ਨਹੀਂ ਲੱਗਣਾ। ਰਹਿੰਦੀ ਦੁਨੀਆ ਤੱਕ ਇਹ 4 ਚੀਜ਼ਾਂ ਸਦਾ ਹੀ ਕਾਇਮ ਰਹਿਣਗੀਆਂ। ਨਾਮ ਰਹਿਓ, ਸਾਹਿਬ ਜੀ ਦਾ ਨਾਮ, ਸਾਹਿਬ ਦੇ ਜਿਹੜੇ ਗੁਣ ਹਨ ਇਹਨਾਂ ਨੇ ਕਦੀ ਵੀ ਖਤਮ ਨਹੀਂ ਹੋਣਾ। ਦਿਨੋਂ ਦਿਨ ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਜੇ ਕੋਈ ਪੜ੍ਹੇਗਾ ਵਿਚਾਰੇਗਾ ਤੇ ਇਹਨਾਂ ਗੁਣਾਂ ਦੇ ਅੰਦਰ ਵਾਧਾ ਹੁੰਦਾ ਜਾਏਗਾ, ਘਾਟਾ ਨਹੀਂ ਪੈਂਦਾ। ਨਾਮ ਰਹਿਓ। ਫਿਰ ਕਹਿਣ ਲੱਗੇ ਸਾਧੂ ਰਹਿਓ। ਸਾਧੂ ਦਾ ਅਰਥ ਕਰ ਲਈਏ ਸਤ ਸੰਗਤ। ਜਿੰਨੀ ਵੀ ਸਤ ਸੰਗਤ ਹੈ ਇਹ ਵੀ ਸਦੀਵ ਰਹਿਣ ਵਾਲੀ ਹੈ। ਨਾਮ ਰਹਿਓ ਸਾਧੂ ਰਹਿਓ ਗੁਰ। ਰਾਰੇ ਨੂੰ ਔਂਕੜ ਲੱਗਾ ਹੋਇਆ, ਗੁਰ ਗੋਬਿੰਦ ਇਕੱਠਾ ਨਹੀਂ ਕਰਨਾ। ਰਹਿਓ ਗੁਰ। ਗੁਰੂ ਵੀ ਸਦੀਵ ਕਾਲ ਲਈ ਇਸ ਮਨੁੱਖਤਾ ਦੀ ਅਗਵਾਈ ਕਰਦਾ ਰਹੇਗਾ। ਫਿਰ ਅਗਲਾ ਬਚਨ ਹੈ ਗੋਬਿੰਦ। ਗੋ ਦਾ ਅਰਥ ਹੈ ਧਰਤੀ, ਬਿੰਦ ਦਾ ਅਰਥ ਹੈ ਸਹਾਰਾ ਦੇਣ ਵਾਲਾ। ਧਰਤੀ ਨੂੰ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲਾ ਜਗਨਨਾਥ ਗੋਬਿੰਦ। ਉਹ ਪਰਮਾਤਮਾ ਵੀ ਕਦੀ ਖਤਮ ਨਹੀਂ ਹੋਣਾ। ਜਿਮੀ ਜਮਾਂ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਤਾਕਤ ਨੇ ਕਦੀ ਵੀ ਖਤਮ ਨਹੀਂ ਹੋਣਾ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸਹਿਬ ਕਹਿ ਲੱਗੇ ਫਿਰ ਜਿਹੜੇ ਕਰਤੇ ਨੂੰ ਚੇਤੇ ਕਰ ਗਏ ਉਹ ਵੀ ਸਦੀਵ ਕਾਲ ਲਈ ਇਸ ਜਗਤ ਦੇ ਅੰਦਰ ਰਹਿ ਜਾਂਦੇ ਨੇ। ਭਾਵੇਂ ਉਹਨਾਂ ਪਹਿਲਾਂ ਕੋਈ ਕੁਕਰਮ ਮਾੜੇ ਕੀਤੇ, ਚੰਗਾ ਕਰਮ ਨਹੀਂ ਕੀਤਾ, ਜਿਨ੍ਹਾਂ ਦਾ ਪਿੱਛੇ ਵੀ ਮੈਂ ਜ਼ਿਕਰ ਕਰਨ ਲੱਗਾ ਸਾਂ, ਜਿਨ੍ਹਾਂ ਵਿੱਚੋਂ ਗਨਕਾ ਦੀ ਗੱਲ ਆਈ ਤੇ ਅਜਾਮਲ ਦੀ ਗੱਲ ਆਈ। ਸਾਹਿਬ ਜੀ ਨੇ ਇਹ ਉਦਾਹਰਨਾਂ ਬੜੀਆਂ ਦਿੱਤੀਆਂ ਵਾਰ-ਵਾਰ।
ਗਣਕਾ ਜਿਹੜੀ ਹੈ ਕਰਮ ਇਸ ਦਾ ਵੀ ਕੋਈ ਚੰਗਾ ਨਹੀਂ ਸੀ, ਪਰ ਦੇਖੋ ਜਦੋਂ ਕਿਤੇ ਸੰਗਤ ਚੰਗੀ ਮਿਲ ਜਾਂਦੀ ਏ ਤੇ ਜੀਵਨ ਜਿਹੜਾ ਹੈ ਉਹ ਸੁਚੱਜਾ ਬਣ ਜਾਂਦਾ ਹੈ। ਇਸ ਗਣਕਾ ਸੰਬੰਧੀ ਕਿਹਾ ਜਾਂਦਾ ਹੈ ਕਿ ਵੇਸਵਾ ਹੈ, ਥਾਂ ਥਾਂ ਤੇ ਇਸ ਨੇ ਆਪਣਾ ਵਧਾਇਆ ਹੋਇਆ, ਆਪਣਾ ਕਾਇਮ ਕੀਤਾ ਹੋਇਆ, ਥਾਂ ਥਾਂ ਤੇ ਲੋਕਾਂ ਦੇ ਨਾਲ ਸੰਬੰਧ। ਪਰ ਜਿਸ ਵਕਤ ਇਸ ਘਰ ਦੇ ਅੰਦਰ ਕੋਈ ਬੰਦਗੀ ਵਾਲਾ ਮਹਾਂਪੁਰਖ ਆ ਜਾਂਦਾ ਹੈ, ਉਸ ਤੋਂ ਰਿਆ ਨਹੀਂ ਜਾਂਦਾ। ਉਹ ਦੇਖ ਕੇ ਇਸ ਤੇ ਕੁਕਰਮਾਂ ਨੂੰ ਵੀ ਤਰਸ ਅੰਦਰ ਆ ਜਾਂਦਾ ਹੈ। ਅਸੀਂ ਤੇ ਹੋ ਸਕਦਾ ਕਿਸੇ ਦੇ ਚੰਗੇ ਕੰਮ ਨੂੰ ਦੇਖ ਕੇ ਕਹਿ ਦਈਏ ਸ਼ਾਬਾਸ਼, ਇੰਨੀ ਜਲਦੀ ਖੈਰ ਕੋਈ ਕਹਿੰਦਾ ਨਹੀਂ। ਕੋਈ ਚੰਗਾ ਕੰਮ ਕਰ ਜੇ ਕੋਈ ਵਿਰਲਾ ਟਾਵਾਂ ਕਹਿ ਦੇਗਾ ਇਹ ਚੰਗਾ ਕੰਮ ਨਹੀਂ, ਤੇ ਈਰਖਾ ਵਸ ਇਨਸਾਨ ਲੋਕ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਫਿਰ ਵੀ ਕੋਈ ਨਾ ਕੋਈ ਚੰਗਾ ਕੰਮ ਦੇਖ ਕੇ ਸ਼ਾਬਾਸ਼ ਕਹੇਗਾ। ਪਰ ਜਦੋਂ ਆ ਬਚਨ ਭਾਈ ਗੁਰਦਾਸ ਜੀ ਦੇ ਗਣਕਾ ਸੰਬੰਧੀ ਪੜ੍ਹਦੇ ਆ ਤੇ ਉਹਨਾਂ ਨੇ ਕਿਹਾ ਕਿ ਗਣਕਾ ਦੇ ਚੰਗੇ ਕਰਮ ਦੇਖ ਕੇ ਉਹ ਸਾਧੂ ਆਇਆ ਪੁਰਸ਼ ਦਿਆਲੂ ਨਹੀਂ ਹੋਇਆ, ਉਹ ਮਾੜੇ ਕਰਮ ਦੇਖ ਕੇ ਦਿਆਲੂ ਹੋ ਗਿਆ। ਕਿ ਗਣਕਾ ਜਿਹੜੀ ਹੈ ਇਹ ਪਾਪਣ ਹੈ, ਇਸ ਨੇ ਜੀਵਨ ਅੰਦਰ ਕੋਈ ਚੰਗਾ ਕਰਮ ਨਹੀਂ ਕੀਤਾ। ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਅਗਲਾ ਬਚਨ ਨੇ ਦੁਰਮਤ ਦੇਖ, ਗੁਰਮਤ ਨਹੀਂ ਕਿਹਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋਨ ਤੋਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਵਣਜ ਸਹੋਤਾ। ਆਪਣੇ ਵੱਲੋਂ ਇੱਕ ਤੋਤਾ ਦਿੱਤਾ ਹੈ ਕਿ ਇਹ ਗਣਕਾ ਇਸ ਤੋਤੇ ਨੂੰ ਰਾਮ ਰਾਮ ਜਪਾਇਆ ਕਰ। ਕੁਝ ਦਿਨਾਂ ਬਾਅਦ ਮੈਂ ਜਿਸ ਦਿਨ ਸਿੱਖ ਜਾਏਗਾ ਮੈਂ ਵਾਪਸ ਲੈ ਜਾਵਾਂਗਾ। ਹੁਣ ਗਣਕਾ ਜਿਸ ਵਕਤ ਤੋਤੇ ਨੂੰ ਰਾਮ ਰਾਮ ਸਿਖਾਉਂਦੀ ਏ ਤੇ ਉਹ ਕੱਲੀ ਇੱਥੇ ਹੀ ਨਹੀਂ ਰੁਕ ਜਾਂਦੀ, ਉਹ ਤੋਤੇ ਨੂੰ ਰਾਮ ਰਾਮ ਸਿਖਾਉਂਦੀ ਹੋਈ ਆਪ ਵੀ ਰਾਮ ਰਾਮ ਅੰਦਰੋਂ ਕਰਨ ਲੱਗ ਜਾਂਦੀ ਏ। ਸਾਹਿਬ ਕਹਿਣ ਲੱਗੇ ਜਪਦਾ ਰਹੇ, ਹੋ ਸਕਦਾ ਤੇਰੇ ਜੀਵਨ ਅੰਦਰ ਕੁਕਰਮ ਹੀ ਹੋਏ ਹੋਣ, ਪਰ ਜੇ ਜਪਦਾ ਰਹੇ ਤੇ ਹੋ ਸਕਦਾ ਤੂੰ ਵੀ ਉਸ ਗਣਕਾ ਵਾਂਗੂ ਉਧਾਰਿਆ ਜਾਏ, ਤੂੰ ਵੀ ਸ਼ਾਇਦ ਕਿਨਾਰੇ ਲੱਗ ਜਾਏ। ਦੂਸਰੀ ਗੱਲ ਸਤਿਗੁਰੂ ਜੀ ਨੇ ਅਜਾਮਲ ਦੀ ਕੀਤੀ। ਕਹਿਣ ਲੱਗੇ ਬੜਾ ਉਹ ਵਿਦਵਾਨ, ਬੜਾ ਸਮਝਦਾਰ ਸੀ, ਪਰ ਉਸ ਦੇ ਉਸਤਾਦ, ਉਸ ਦੇ ਗੁਰੂ ਨੇ ਕਿਹਾ ਸ਼ਹਿਰ ਦੇ ਵਿੱਚੋਂ ਨਹੀਂ ਨਿਕਲਣਾ। ਲੰਬੀ ਸਾਖੀ ਪਰ ਮੈਂ ਪੰਛੀ ਝਾਤ ਇਸ ਵਿੱਚ ਸਾਂਝੀ ਕਰ ਰਿਹਾ। ਉਹ ਕਹਿਣ ਲੱਗੇ ਸ਼ਹਿਰ ਦੇ ਵਿੱਚੋਂ ਨਹੀਂ ਨਿਕਲਣਾ, ਕਿਉਂਕਿ ਸ਼ਹਿਰ ਅੰਦਰ ਵੇਸਵਾਵਾਂ ਦੇ ਟਿਕਾਣੇ ਨੇ। ਜੇ ਕਿਤੇ ਇਹ ਅਜਾਮਲ ਸ਼ਹਿਰ ਵੱਲ ਚਲਾ ਗਿਆ, ਮਨ ਦਾ ਕੋਈ ਪਤਾ ਨਹੀਂ ਇਹ ਕਿਸ ਪਾਸੇ ਵੱਲ ਜੀਵ ਨੂੰ ਲੈ ਜਾਏ। ਹੁਣ ਜਦੋਂ ਵੀ ਇਹ ਗੱਲ ਉਸ ਉਸਤਾਦ ਨੇ, ਉਸ ਗੁਰੂ ਨੇ ਅਜਾਮਲ ਨੂੰ ਕਹਿਣੀ ਕਿ ਬਾਰੋਂ ਬਾਰ ਆਉਣਾ, ਸ਼ਹਿਰ ਦੇ ਵਿੱਚੋਂ ਨਹੀਂ ਆਉਣਾ। ਇੱਕ ਦਿਨ ਮਨ ਅੰਦਰ ਅਜਾਮਲ ਨੇ ਵਿਚਾਰਿਆ ਕੀ ਕਾਰਨ ਹੈ, ਵਾਰ-ਵਾਰ ਮੇਰਾ ਗੁਰੂ ਕਹਿੰਦਾ ਸ਼ਹਿਰ ਵਿੱਚੋਂ ਨਹੀਂ ਆਉਣਾ, ਅੱਜ ਸ਼ਹਿਰ ਦੇ ਵਿੱਚੋਂ ਨਿਕਲਿਆ ਜਾਏ। ਫਿਰ ਉਹੀ ਹੋਇਆ ਜਿਸ ਗੱਲ ਦਾ ਉਸ ਉਸਤਾਦ ਨੂੰ, ਗੁਰੂ ਨੂੰ ਡਰ ਸੀ। ਅੱਜ ਇਹੀ ਅਜਾਮਲ ਜਿਹੜਾ ਹੈ ਉਹ ਮਾੜਾ ਸੰਗ ਕਰਨ ਲੱਗ ਪਿਆ, ਵੇਸਵਾਵਾਂ ਦਾ ਸੰਗ ਕਰਨ ਲੱਗ ਪਿਆ। ਪਰ ਜਿਸ ਦਿਨ ਸਤਿਗੁਰੂ ਦੀ ਕਿਤੇ ਬਖਸ਼ਿਸ਼ ਰਹਿਮਤ ਹੋਣੀ ਹੋਵੇ, ਅੰਦਰੋਂ ਇਹ ਆਵਾਜ਼ ਆ ਜਾਏ ਕਿ ਐ ਮਣਾ ਤੂੰ ਆਪਣੇ ਅਸਲੇ ਦੇ ਨਾਲੋਂ ਟੁੱਟਾ ਹੋਇਆ ਹੈ, ਆਪਣੇ ਅਸਲੇ ਦੇ ਨਾਲ ਜੁੜਨ ਦਾ ਯਤਨ ਕਰ। ਘਰ ਦੇ ਅੰਦਰ ਪਹਿਲਾਂ ਹੀ ਸਾਹਿਬ ਕਹਿੰਦੇ 6 ਪੁੱਤਰ ਹਨ, ਪਰ ਅੱਜ ਕਿਸੇ ਸਾਧੂ ਦੇ ਨਾਲ ਮਿਲਾਪ ਹੋਇਆ। ਉਸ ਨੇ ਕਿਹਾ ਇੱਕ ਬੱਚਾ ਤੇਰੇ ਘਰ ਅੰਦਰ ਹੋਰ ਹੋਵੇਗਾ, ਉਸ ਦਾ ਨਾਮ ਨਾਰਾਇਣ ਰੱਖ ਲੈਣਾ। ਇਸੇ ਤਰ੍ਹਾਂ ਹੀ ਫਿਰ ਉਸ ਨੇ ਕੀਤਾ। ਘਰ ਦੇ ਅੰਦਰ ਇੱਕ ਬੱਚੇ ਦਾ ਸਮਾਂ ਪਾ ਕੇ ਜਨਮ ਹੋਇਆ, ਉਸ ਦਾ ਨਾਮ ਨਾਰਾਇਣ ਰੱਖਿਆ। ਤੇ ਜਦੋਂ ਵੀ ਘਰ ਅੰਦਰ ਆਵਾਜ਼ ਮਾਰਦਾ ਹੈ, ਹੁਣ ਨਾਰਾਇਣ ਨਾਰਾਇਣ ਪੁਕਾਰਦਾ ਹੈ, ਨਾਰਾਇਣ ਪਾਣੀ ਦੇ ਦੇ, ਨਾਰਾਇਣ ਪ੍ਰਸ਼ਾਦਾ ਦੇ ਦੇ। ਬਸ ਨਾਰਾਇਣ ਨਾਰਾਇਣ ਕਰਦਿਆਂ ਹੋਇਆਂ ਉਸ ਦੀ ਲਿਵ ਸੱਚਮੁੱਚ ਪਰਮਾਤਮਾ ਦੇ ਨਾਲ ਜੁੜ ਜਾਂਦੀ ਏ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਤੁਹਾਡੇ ਗ੍ਰੰਥ ਇਹ ਕਹਿ ਰਹੇ ਨੇ ਅਜਾਮਲ ਕਿਨਾਰੇ ਲੱਗ ਗਿਆ, ਗਣਕਾ ਕਿਨਾਰੇ ਲੱਗ ਗਈ, ਇੱਕ ਹਾਥੀ ਪੁਕਾਰ ਕਰਦਾ ਉਹ ਕਿਨਾਰੇ ਲੱਗ ਗਿਆ। ਕਿ ਤੁਸੀਂ ਪੁਕਾਰ ਕਰੋਗੇ ਤੁਹਾਡੀ ਪੁਕਾਰ ਨੂੰ ਨਹੀਂ ਸੁਣੇਗਾ। ਪਤਤ ਅਜਾਮਲ ਪਾਪ ਕਰ, ਭਾਈ ਗੁਰਦਾਸ ਜੀ ਦੇ ਬੋਲ, ਪਤਤ ਅਜਾਮਲ ਪਾਪ ਕਰ ਜਾਏ ਕਲਾਵਤਨੀ ਦੇ ਰਿਹਾ। ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੇ ਦੁਰਮਤ ਦਇਆ। ਬਿਰਥਾ ਜਨਮ ਗਵਾਇਆ ਭਵਜਲ ਅੰਦਰ ਫਿਰਦਾ ਵਇਆ। 6 ਪੁੱਤ ਜਾਏ ਵੇਸਵਾ ਪਾਪਾਂ ਦੇ ਪਲ ਇੱਛੇ
लिया, पुत्र उपन्ना सतवां, नाम नारायण चित कया। कहन लगे जिस वक्त सतवां पुत्र आया, नाम नारायण रखिया ते नारायण नारायण पुकार के ओ करते दे विच लीन हो गया। ऐ इंसान जे तू भी करते नू चेते करेगा, जे कहो नानक ए जगत में किन जपियो गुरमंत, जिन्हें गुरु गुरु जप लिया उसका भी नाम संसार दे अंदर सदीव काल ਲਈ रह जाता है। इस करके इस दर ते आउण वालिया, गुरु के बचनां नू पढ़न वालिया, गुरु के बचनां नू सुनन वालिया, अगला बचन साहब ने यही कहना कि अंदर भी कुछ ले जा, कला कान रस बन के न रह जाए। राम नाम उर मैं बहियो, उर दा अर्थ हिरदा, जिस दे हिरदे दे अंदर ये बाणी गई, ये उस दे जीवन विच तब्दीली लेके आवेगी। नहीं तो सतगुरु कहंदे जियो तपत है बारो बार, तब तब खपे बहुत बेकार, जैतन बाणी विसर जाए, ज्यों पक्का रोगी विललाए, कोड़ दे रोगी वांग विलकी जाएगा। जे बाणी नू अंदर ही लेके नहीं जाएगा, जे बाणी अंदर चली गई ते अवश्य तेरे जीवन अंदर तब्दीली ले आएगी। राम नाम उर मैं गयो, हुण कहन लगे घुट के फड़ लै। ते जदों रागां अंदर बाणी आरंभ हुई, गौड़ी राग दा पहला शब्द उत्थे साहिब कह लगे साधो मन का मान त्यागो। उथे सतगुरु ने कुछ त्यागण की गल कर दी ते अखीर ते हुण कहन लगे त्यागना नहीं, अंदर टिका लै, ये नाम है ओ मानसी। राम नाम और मैं गयो जाके सम नहीं कोई, इस दे बराबर कोई ताकत नहीं है। जे गुरु के बचन नू अंदर ले जाएगा, जे सिमरत संकट मिटे, दर्श तुहारो होए, तेरे सारे संकट मिट जाणगे, तेरे ये विकार जेड़े खन ओ छड्ड के चले जाणगे। जे गुरु के बचनां नू किते अंदर थां दे दिता, ये ना होए कि गल्ली सो सज्जन 20 एक ढुढ़िंदी नाल हां, गल्लां दे नाल ते मैं 20 सज्जन बना लए, पर एक परमात्मा नू मित्र बनाया ही कोई ना। साहिब कहन लगे जिन्ने मर्जी मित्र बना, पर करते नू भी मित्र बना, जिन्हां दिसंदड़ियां दुरमत वंजै, मित्र असाडड़े से हौं ढुढ़िंदी जग सबाया, जन नानक विरले के करते नू भी मित्र बना लै, ताकि तेरा जिहड़ा है ओ गाविया सुनिया थाई पै जाए। नहीं तो किसी विद्वान ने एक गल कही, कह लगे फिर जिमें है उस तरह ते चली जाना। कुछ रोते में कट गई, कुछ आहों में कट गई, कुछ सोते में कट गई, कुछ गुनाहों में कट गई। मंजिल पे जाने वाले मंजिल पे जा लगे, राह बदलने वालों की राहों में कट गई। जेड़े फिर थां थां दे सहारे लेंदे ने, साहिब कह लगे ਉਹ ਰਸਤੇ ਦੇ ਅੰਦਰ ਹੀ ਰਹਿ ਜਾਂਦੇ ਨੇ। ਇਸ ਕਰਕੇ ਆਪਣੇ ਜੀਵਨ ਦੇ ਅੰਦਰ ਕੁਝ ਤਬਦੀਲੀ ਲਿਆਉਣ ਦਾ ਯਤਨ ਕਰੀਏ। ਜਿੱਥੇ ਆਪ ਜੁੜਦੇ ਹਾਂ ਉੱਥੇ ਆਪਣੇ ਬੱਚਿਆਂ ਨੂੰ ਵੀ ਨਾਲ ਜੋੜਨ ਦਾ ਯਤਨ ਕਰੀਏ, ਕਿਉਂਕਿ ਸਾਰੇ ਪਾਸਿਓਂ ਸਾਡੀ ਕੌਮ ਨੂੰ ਦਬਾਉਣ ਦੇ ਯਤਨ ਹੋ ਰਹੇ ਨੇ, ਤੇ ਜੇ ਅਸੀਂ ਵੀ ਸੌਂ ਗਏ ਤੇ ਫਿਰ ਕੀ ਬਣੇਗਾ। ਬੁੱਲੇ ਸ਼ਾਹ ਕਹਿੰਦਾ ਹੈ ਕਿ ਐ ਇਨਸਾਨ ਆਪਣੇ ਆਪ ਅੰਦਰੋਂ ਜਾਗਣ ਦਾ ਯਤਨ ਕਰ। जे अंदरों नहीं जागेगा तो कोई ना कोई तेनू ठग लेगा, कोई ना कोई तेनू लुट के चला जाएगा। सतगुरु भी पावन बाणी अंदर थां थां ते इस नू सुचेत करदे ने, बाहरों सानू कुछ भी नहीं मिलना, कितों गुरमत नहीं मिलनी, कितों सानू गुरमुखी पंजाबी किसी स्कूल विचों नहीं मिलनी। यतन करिए हो सके तां जिथे गुरुद्वारे बनाए, जिथे आ संगतां कायम कीतियां, इन्हां इलाकियां अंदर अपने स्कूल भी किते बना लईए, अपने हॉस्पिटल भी बना लईए। ना कितों ऊड़ा मिलना, ना कितों बाहरों जूड़ा मिलना, ये सारी संभाल आप नू सानू करनी पैनी है। जिथे आप जुड़दे हैं उत्थे बच्चियां नू भी जोड़न दा यतन करिए। अपने घरां दे अंदर बैठ के उन्हां दे नाल गुरमुखी विच पंजाबी विच गल जदों करांगे ते फिर वो गुरमत नू समझ जाणगे। भावें आप जी इंग्लिश दा गुटका लै लो, भावें हिंदी दा गुटका लै लो, जो गल सतगुरु कहना चाहुंदे ने बहुतात वो समझ नहीं पैंदी, क्योंकि गुरबाणी सारी जिहड़ी है वो
ਗੁਰਬਾਣੀ ਗ੍ਰਾਮਰ ਤੇ ਹੈ ਤੇ ਉਹ ਗ੍ਰਾਮਰ ਨਾ ਤਾਂ ਇੰਗਲਿਸ਼ ਦੇ ਅੰਦਰ ਕਲੀਅਰ ਹੁੰਦੀ ਹੈ, ਨਾ ਹੀ ਉਹ ਗ੍ਰਾਮਰ ਜਿਹੜੀ ਹੈ ਹਿੰਦੀ ਅੰਦਰ ਕਲੀਅਰ ਹੁੰਦੀ ਹੈ। ਤੇ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਗੁਰਮੁਖੀ ਵਿੱਚ ਪੜਾਂਗੇ ਤੇ ਫਿਰ ਉਹ ਕਈ ਗੱਲਾਂ ਜਿਹੜੀਆਂ ਰਾਜ ਸਤਿਗੁਰੂ ਜੀ ਨੇ ਛਪਾਏ ਨੇ, ਉਹ ਰਾਜ ਜਿਹੜੇ ਹਨ ਗੁਰਮੁਖੀ ਨੂੰ ਪੜਿਆਂ ਖੁੱਲ ਜਾਂਦੇ ਨੇ। ਇਸ ਕਰਕੇ ਊੜੇ ਅਤੇ ਜੂੜੇ ਦੀ ਸੰਭਾਲ ਆਪ ਕਰ ਲਈਏ, ਲੋਕਾਂ ਤੇ ਆਸ ਨਾ ਰੱਖੀਏ, ਹੋਰ ਸੰਸਥਾਵਾਂ ਤੇ ਆਸ ਨਾ ਰੱਖੀਏ। ਜੇ ਆਪਾਂ ਹੀ ਕੋਈ ਪਰਮਾਰਥ ਵੱਲ ਇੱਕ ਕਦਮ ਪੁੱਟ ਲਵਾਂਗੇ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਬੜਾ ਚੰਗਾ ਹੋਵੇਗਾ। ਕੱਲਾ ਇਹ ਪ੍ਰੋਗਰਾਮ ਕਰ ਲੈਣੇ, ਇਹ ਵੱਡੇ ਵੱਡੇ ਦੀਵਾਨ ਸਜਾ ਲੈਣੇ ਤੇ ਬਾਅਦ ਦੇ ਅੰਦਰ ਆਪ ਜੀ ਪੂਰਾ ਹਿਸਾਬ ਲਗਾਓਗੇ ਇੰਨਾ ਖਰਚਾ ਹੋ ਗਿਆ। ਪਰ ਕਦੀ ਇਹ ਵੀ ਤਾਂ ਯਤਨ ਕਰਿਓ, ਕਦੀ ਸੋਚਣਾ ਕਿ ਕੋਈ ਐਸਾ ਸੱਜਣ ਵੀ ਹੈ ਜਿਸ ਨੇ ਉੱਠ ਕੇ ਇਹ ਕਹਿ ਦਿੱਤਾ ਹੋਵੇ ਮੇਰੇ ਜੀਵਨ ਅੰਦਰ ਕ੍ਰਾਂਤੀ ਆ ਗਈ, ਮੈਂ ਅੱਜ ਖੰਡੇ ਬਾਟੇ ਕੀ ਪੌਲ ਲੈਣਾ, ਜੋ ਗੁਰੂ ਕਹਿੰਦਾ ਮੈਂ ਉਸ ਮੁਤਾਬਕ ਤੁਰਦਾ ਹਾਂ। ਸ਼ਾਇਦ ਕਿਤੇ ਸਾਨੂੰ ਇਸ ਪਾਸੇ ਵੱਲ ਵੀ ਦੇਖਣਾ ਆ ਜਾਏ ਤਾਂ ਇਹ ਸਾਡੇ ਦਿਹਾੜੇ ਜਿਹੜੇ ਹਨ ਉਹ ਮਨਾਏ ਸਫਲ ਹੋਣੇ ਨੇ। ਸਤਿਗੁਰੂ ਕਿਰਪਾ ਕਰਨ। ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਜੋ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਰਹੇ ਹਾਂ, ਜਿੰਨੀ ਕੁ ਸਤਿਗੁਰੂ ਜੀ ਨੇ ਸਮਝ ਦਿੱਤੀ ਉਹ ਸਮਝ ਦੇ ਮੁਤਾਬਕ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਕੋਈ ਦਾਵਾ ਨਹੀਂ ਕਿ ਜੋ ਸਤਿਗੁਰੂ ਜੀ ਨੇ ਕਿਹਾ ਮੈਂ ਉਹ ਬਿਲਕੁਲ ਉਸੇ ਤਰ੍ਹਾਂ ਹੀ ਆਪ ਜੀ ਨੂੰ ਸਹੀ ਬਿਆਨ ਕਰਤਾ ਹੋਵੇ, ਨਹੀਂ। ਇਹ ਜਿੰਨੀ ਕੁ ਸਤਿਗੁਰੂ ਜੀ ਵੱਲੋਂ ਸਮਝ ਮਿਲੀ, ਜਿਵੇਂ ਇੱਕ ਕਲਾਸ ਦੇ ਅੰਦਰ ਕੋਈ ਟੀਚਰ ਇੱਕ ਬੱਚੇ ਨੂੰ ਚੁੱਕ ਕੇ ਖੜਾ ਕਰ ਦਿੰਦਾ ਹੈ ਕਿ ਉੱਠ ਕੇ ਖੜਾ ਹੋ ਤੇ ਆ ਸਬਕ ਤੂੰ ਪੜ੍ਹ ਦੇ, ਬਸ ਇਸੇ ਤਰ੍ਹਾਂ ਮੈਂ ਆਪ ਜੀ ਵਿੱਚੋਂ ਉੱਠਿਆ ਤੇ ਆਪ ਨੇ ਸਟੇਜ ਤੇ ਬਿਠਾ ਦਿੱਤਾ ਤੇ ਮੈਂ ਆਪ ਜੀ ਦੇ ਨਾਲ ਇਹ ਸਤਿਗੁਰੂ ਦੇ ਕੁਝ ਸਬਕ ਸਾਂਝੇ ਕਰ ਦਿੱਤੇ। ਇਸ ਅੰਦਰ ਕੋਈ ਦਾਵਾ ਨਹੀਂ ਕਿ ਇਹ ਸਭ ਕੁਝ ਪੂਰਾ ਹੈ, ਬਸ ਜਿੰਨੀ ਕੁ ਸਮਝ ਸਤਿਗੁਰੂ ਜੀ ਨੇ ਇਹ ਵਿਚਾਰਾਂ ਆਪ ਹੀ ਕਰਵਾ ਲਈਆਂ। ਸਤਿਗੁਰੂ ਕਿਰਪਾ ਕਰਨ। ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਗੋਦ ਦੇ ਅੰਦਰ ਬਿਠਾ ਕੇ ਇਹ ਸੇਵਾਵਾਂ ਲਈਆਂ। ਕੋਟਾਨ ਕੋਟ ਧੰਨਵਾਦ ਸਮੁੱਚੀ ਸੰਗਤ ਦਾ, ਇਥੋਂ ਦੇ ਗੁਰੂ ਪਿਆਰੇ ਜਿਹੜੇ ਬੜਾ ਮਾਣ ਸਤਿਕਾਰ ਦਿੰਦੇ ਨੇ। ਸਰਦਾਰ ਪ੍ਰਤਾਪ ਸਿੰਘ ਜੀ, ਵੀਰ ਹਰਪਾਲ ਸਿੰਘ ਜੀ, ਸਰਦਾਰ ਕੰਚਨ ਸਿੰਘ ਜੀ, ਵੀਰ ਜਗਜੀਤ ਸਿੰਘ ਜੀ, ਸਾਰੇ ਇਹਨਾਂ ਗੁਰਮੁਖ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ। ਆਉਣ ਵਾਲੇ ਵੀ ਇਹ ਸਮਾਗਮ ਚੜ੍ਹਦੀਆਂ ਕਲਾ ਦੇ ਅੰਦਰ ਸੰਪੂਰਨ ਸਤਿਗੁਰੂ ਆਪ ਹੀ ਕਰਵਾ ਲੈਣ, ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ